ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਫੇਮਾ ਬਾਰੇ, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਹਵਾਲਾ। ਸੋ ਇਸ ਸਬਜੈਕਟ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਕਾਈਪ ਦੇ ਜ਼ਰੀਏ ਜੁੜੇ ਨੇ ਮਿਸਟਰ ਨਿਪਨ ਬਾਂਸਲ, ਜੋ ਕਿ ਫੇਮਾ ਐਕਸਪਰਟ ਨੇ ਤੇ ਕਾਫੀ ਸਾਲਾਂ ਤੋਂ NRI ਮੈਟਰਸ ਨੂੰ ਡੀਲ ਕਰ ਰਹੇ ਨੇ। ਸੋ ਬਹੁਤ-ਬਹੁਤ ਸਵਾਗਤ, ਵੈਲਕਮ ਟੂ ਦ ਸ਼ੋ ਮਿਸਟਰ ਬਾਂਸਲ। ਸਤਿ ਸ਼੍ਰੀ ਅਕਾਲ ਖੰਨਾ ਜੀ, ਸਤਿ ਸ਼੍ਰੀ ਅਕਾਲ ਪੰਜਾਬ ਮੇਲ ਦੇ ਸਾਰੇ ਲਿਸਨਰਸ ਨੂੰ ਜੀ। ਸਤਿ ਸ੍ਰੀ ਅਕਾਲ। ਸੋ ਅਸੀਂ ਗੱਲਬਾਤ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਾਓ ਕਿ ਨਾਨ ਰੈਜ਼ੀਡੈਂਟ ਇੰਡੀਅਨ ਜਾਂ ਫਿਰ ਪਰਸਨ ਆਫ ਇੰਡੀਅਨ ਓਰੀਜਨ, ਦੋਵਾਂ ਦੇ ਵਿੱਚ ਫਰਕ ਕੀ ਹੈ ਤੇ ਦੋਵਾਂ ਨੂੰ ਅਸੀਂ ਡਿਫਾਈਨ ਕਿਵੇਂ ਕਰ ਸਕਦੇ ਹਾਂ? ਖੰਨਾ ਜੀ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ। NRI ਨੂੰ ਵੀ ਅਸੀਂ ਦੋ ਪਾਰਟ 'ਚ ਡਿਸੈਕਟ ਕਰ ਦਿੰਦੇ ਹਾਂ। ਇੱਕ ਹੁੰਦੇ ਨੇ NRI ਨਾਨ ਰੈਜ਼ੀਡੈਂਟ ਇੰਡੀਅਨ, ਤੇ ਇੱਕ ਹੁੰਦੇ ਨੇ ਪਰਸਨ ਆਫ ਇੰਡੀਅਨ ਓਰੀਜਨ, ਜਿਨ੍ਹਾਂ ਨੂੰ PIO ਕਹਿੰਦੇ ਆ ਜੀ। ਨਾਨ ਰੈਜ਼ੀਡੈਂਟ ਦਾ ਮਤਲਬ ਇਹ ਹੈਗਾ ਕਿ ਕੋਈ ਵੀ ਇੰਡੀਅਨ ਸ਼ਖਸ, ਜਿਹੜਾ ਇਸਤਰੀ ਜਾਂ ਪੁਰਸ਼, ਜਿਹੜਾ ਇੰਡੀਆ ਤੋਂ ਬਾਹਰ ਗਿਆ ਹੋਇਆ ਕੰਮ ਕਰਨ ਲਈ, ਪੜ੍ਹਨ ਲਈ, ਜਾਂ ਕੋਈ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜਿਹਦਾ ਇੰਡੀਆ ਤੋਂ ਬਾਹਰ ਰਹਿਣਾ ਡਿਟਰਮਿਨਡ ਨਹੀਂ ਹੈਗਾ ਕਿੰਨੇ ਦਿਨ ਲਈ ਰਹੂਗਾ, ਉਹ ਅਨਸਰਟਨ ਪੀਰੀਅਡ ਲਈ ਰਹੂਗਾ, ਉਹਨੂੰ ਆਪਾਂ ਕਹਿੰਦੇ ਨੇ ਨਾਨ ਰੈਜ਼ੀਡੈਂਟ ਇੰਡੀਅਨ। ਨਾਨ ਰੈਜ਼ੀਡੈਂਟ ਇੰਡੀਆ ਕੋਲ ਹਮੇਸ਼ਾ ਇੰਡੀਅਨ ਪਾਸਪੋਰਟ ਹੁੰਦਾ ਹੈਗਾ, ਮਤਲਬ ਹੀ ਇਜ਼ ਐਨ ਇੰਡੀਅਨ ਸਿਟੀਜ਼ਨ, ਪਰ ਉਹ ਇੰਡੀਆ ਤੋਂ ਬਾਹਰ ਰਹਿ ਰਿਹਾ। ਐਗਜ਼ਾਮਪਲ, ਜਿੱਦਾਂ ਕੋਈ ਇੰਡੀਆ 'ਚੋਂ ਬੱਚਾ ਬਾਹਰ ਪੜ੍ਹਨ ਲਈ ਗਿਆ ਫੋਰਨ ਸਟੱਡੀਜ਼ ਲਈ, USA, ਕੈਨੇਡਾ, ਆਸਟ੍ਰੇਲੀਆ, ਕਿਤੇ ਵੀ ਗਿਆ ਹੈਗਾ, ਉਹਦਾ ਪਤਾ ਨਹੀਂ ਉਹਨੇ ਕਿੰਨੇ ਸਾਲ ਰਹਿਣਾ ਬਾਹਰ। ਜਿਸ ਦਿਨ ਉਹ ਇੰਡੀਆ ਤੋਂ ਫਲਾਈਟ ਫੜੂਗਾ ਬਾਹਰ ਜਾਣ ਲਈ, ਪੜ੍ਹਨ ਲਈ, ਉਸੇ ਦਿਨ ਤੋਂ ਨਾਨ ਰੈਜ਼ੀਡੈਂਟ ਇੰਡੀਅਨ ਹੋ ਜਾਊਗਾ, ਪਾਸਪੋਰਟ ਉਹਦੇ ਕੋਲ ਇੰਡੀਅਨ ਹੀ ਰਹੂਗਾ। ਇਹ ਹੋ ਗਿਆ ਨਾਨ ਰੈਜ਼ੀਡੈਂਟ ਇੰਡੀਅਨ। ਹੁਣ ਆਪਾਂ ਆਨੇ ਪਰਸਨ ਆਫ ਇੰਡੀਅਨ ਓਰੀਜਨ ਜੀ। ਤੁਹਾਡੇ ਜ਼ਿਆਦਾਤਰ ਲਿਸਨਰਸ ਬੈਠੇ ਨੇ ਸੈਕਰਾਮੈਂਟੋ, ਕੈਲੀਫੋਰਨੀਆ ਦੇ ਵਿੱਚ, ਠੀਕ ਹੈ ਸਰ? ਹਾਂਜੀ। ਇਹ ਜ਼ਿਆਦਾਤਰ ਉਹ ਲੋਕ ਹੋਣੇ ਜਿਨ੍ਹਾਂ ਦੇ ਪੁਰਖ, ਜਿਨ੍ਹਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਸੀਗੇ ਇੰਡੀਆ ਨੂੰ ਬਿਲੋਂਗ ਕਰਦੇ ਸੀਗੇ, ਉਹ ਪਾਰਟੀਸ਼ਨ ਬਾਅਦ ਇੰਡੀਆ ਤੋਂ ਚਲੇ ਗਏ ਬਾਹਰ, USA ਜਾ ਕੇ ਹੋ ਗਏ। ਉਹ ਲੋਕੀ ਨੇ ਪਰਸਨ ਆਫ ਇੰਡੀਅਨ ਓਰੀਜਨ। ਉਹ ਜੰਮੇ ਪੱਲੇ ਤਾਂ US ਦੇ ਵਿੱਚ ਨੇ, ਪਰ ਉਹਨਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕੋਲ ਇੰਡੀਅਨ ਸਿਟੀਜ਼ਨਸ਼ਿਪ ਸੀਗੀ ਜੀ। ਉਹਨਾਂ ਕੋਲ ਅੱਜ ਦੀ ਡੇਟ 'ਚ ਜੇ US ਦੀ ਸਿਟੀਜ਼ਨਸ਼ਿਪ ਵੀ ਹੈਗੀ ਹੈ, ਤਦ ਵੀ ਪਰਸਨ ਆਫ ਇੰਡੀਅਨ ਓਰੀਜਨ ਨੇ। ਉਹਨਾਂ ਕੋਲ ਬਸ਼ਰਤੇ OCI ਕਾਰਡ ਹੋਣਾ ਜ਼ਰੂਰੀ ਹੈ, ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਕਾਰਡ। ਜੇ ਉਹਨਾਂ ਕੋਲ OCI ਕਾਰਡ ਹੈਗਾ, ਉਹਨਾਂ ਦਾ ਕਦੇ ਉਹਨਾਂ ਕੋਲ ਪਾਸਪੋਰਟ ਸੀਗਾ ਇੰਡੀਅਨ ਪਾਸਪੋਰਟ, ਜਾਂ ਉਹਨਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੰਡੀਅਨ ਡਿਸੈਂਟ ਦੇ ਹੈਗੇ ਨੇ, ਜਾਂ ਉਹਨਾਂ 'ਚੋਂ ਕੋਈ ਸ਼ਖਸ ਇੱਦਾਂ ਦੇ ਕਿਸੇ ਇੰਡੀਅਨ ਓਰੀਜਨ ਦੇ ਬੰਦੇ ਨਾਲ ਵਿਆਹਿਆ ਹੋਇਆ ਹੈ, ਦੇ ਆਰ ਪਰਸਨ ਆਫ ਇੰਡੀਅਨ ਓਰੀਜਨ। ਸੋ ਪਰਸਨ ਇੰਡੀਅਨ ਓਰੀਜਨ ਕੋਲ OCI ਕਾਰਡ ਹੋਣਾ ਜ਼ਰੂਰੀ ਹੈ। ਇੰਡੀਅਨ ਸਿਟੀਜ਼ਨਸ਼ਿਪ ਨਾ ਵੀ ਹੋਵੇ, ਨੋਟ ਐਨ ਇਸ਼ੂ, ਪਰ NRI ਕੋਲ ਇੰਡੀਅਨ ਸਿਟੀਜ਼ਨਸ਼ਿਪ ਹੋਣੀ ਜ਼ਰੂਰੀ ਹੈ। ਇਹ ਮੇਜਰ ਡਿਫਰੈਂਸ ਹੈ ਜੀ। ਇਹ ਗ੍ਰੀਨ ਕਾਰਡ ਹੋਲਡਰ, ਇਹ ਸੇਮ ਚੀਜ਼ ਤੁਸੀਂ ਐਕਸਪਲੇਨ ਕਰ ਰਹੇ ਹੋ? No, green card is a US card, green card, right? ਜੇ ਉਹਨਾਂ ਕੋਲ ਗ੍ਰੀਨ ਕਾਰਡ ਹੈਗੀ ਹੈ, US ਸਿਟੀਜ਼ਨਸ਼ਿਪ ਹੈਗੀ ਹੈ, ਪਰ ਉਹਨਾਂ ਕੋਲ OCI ਇੰਡੀਅਨ ਗਵਰਨਮੈਂਟ ਅਲਾਉਜ਼ ਕਿ ਜੇ ਤੁਹਾਡੇ ਕੋਲ ਫੋਰਨ ਸਿਟੀਜ਼ਨਸ਼ਿਪ ਵੀ ਹੈਗੀ ਹੈ, ਤੁਸੀਂ OCI ਕਾਰਡ ਅਪਲਾਈ ਕਰ ਸਕਦੇ ਹੋ। ਜੇ ਤੁਹਾਡੇ ਕੋਲ OCI ਕਾਰਡ ਹੈਗਾ ਤਾਂ ਤੁਸੀਂ ਪਰਸਨ ਆਫ ਇੰਡੀਅਨ ਓਰੀਜਨ ਦੀ ਕੈਟੇਗਰੀ 'ਚ ਆ ਜਾਓਗੇ। PIO NRI ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਸੋ ਜਿੰਨੇ ਵੀ ਅਸੀਂ ਬਾਹਰ ਜਾ ਕੇ ਵਸੇ ਹਾਂ, NRIs ਹਾਂ ਜਾਂ ਪਰਸਨ ਆਫ ਇੰਡੀਅਨ ਓਰੀਜਨ ਹਾਂ, ਗ੍ਰੀਨ ਕਾਰਡ ਹੋਲਡਰਸ ਹਾਂ, ਸਾਡੀ ਇਹ ਹਮੇਸ਼ਾ ਮਨਸ਼ਾ ਰਹਿੰਦੀ ਹੈ, ਇੱਛਾ ਰਹਿੰਦੀ ਹੈ ਕਿ ਅਸੀਂ ਇੰਡੀਆ ਦੇ ਅੰਦਰ, ਪੰਜਾਬ ਦੇ ਅੰਦਰ ਕੋਈ ਪ੍ਰੋਪਰਟੀ ਪਰਚੇਸ ਕਰੀਏ। ਸੋ ਅਕੋਰਡਿੰਗ ਟੂ ਲਾਅ, ਕਿਉਂਕਿ ਜੋ ਇੰਡੀਆ ਦੇ ਰੈਜ਼ੀਡੈਂਟਸ ਨੇ ਉਹਨਾਂ ਵਾਸਤੇ ਵੱਖਰਾ ਲਾਅ ਹੈ, ਜੋ ਇੰਡੀਆ ਤੋਂ ਬਾਹਰ ਜਾ ਕੇ ਵਸ ਚੁੱਕੇ ਨੇ ਉਹਨਾਂ ਵਾਸਤੇ ਵੱਖਰਾ ਲਾਅ ਹੈ, ਕੁਝ ਡਿਫਰੈਂਸ ਆ ਜਾਂਦਾ ਹੈ। ਸੋ ਜੋ ਬਾਹਰ ਜਾ ਕੇ ਵਸੇ ਭਾਰਤੀ ਨੇ, ਉਹ ਕਿਹੜੀ ਪ੍ਰੋਪਰਟੀ ਪਰਚੇਸ ਕਰ ਸਕਦੇ ਨੇ ਇੰਡੀਆ ਦੇ ਵਿੱਚ? ਸਿਰਫ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਜਾਂ ਐਗਰੀਕਲਚਰ, ਕੋਈ ਪਲਾਂਟੇਸ਼ਨ ਵਾਸਤੇ ਜਾਂ ਕੋਈ ਫਾਰਮ ਹਾਊਸ, ਕਿੱਥੇ ਉਹ ਪਰਚੇਸ ਕਰ ਸਕਦੇ ਨੇ ਤੇ ਕਿਹੜੀ ਪਰਚੇਸ ਨਹੀਂ ਕਰ ਸਕਦੇ ਅਕੋਰਡਿੰਗ ਟੂ ਲਾਅ? ਦਿਸ ਇਜ਼ ਅ $1 ਮਿਲੀਅਨ ਕੁਐਸਚਨ ਸਰ। ਇਹਦੇ ਅੰਦਰ ਬਹੁਤ ਜ਼ਿਆਦਾ ਕਨਫਿਊਜ਼ਨ ਹੈਗਾ। ਜਿੱਦਾਂ ਤੁਸੀਂ ਤੇ ਮੈਂ ਖੰਨਾ ਜੀ, ਆਪਾਂ ਇੰਡੀਅਨ ਸਿਟੀਜ਼ਨਸ ਹੈਗੇ ਹਾਂ, ਅਸੀਂ ਵੀ ਆਰ ਸਟੇਇੰਗ ਓਵਰ ਹੇਅਰ। ਸੋ ਅਸੀਂ ਕੋਈ ਵੀ ਪ੍ਰੋਪਰਟੀ ਬਾਏ ਕਰ ਸਕਦੇ ਹਾਂ ਜੀ। ਆਪਾਂ ਖੇਤੀਬਾੜੀ, ਪਲਾਂਟੇਸ਼ਨ ਪ੍ਰੋਪਰਟੀ, ਫਾਰਮ ਹਾਊਸ ਪ੍ਰੋਪਰਟੀ, ਆਪਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ। ਪਰ ਜਿਹੜਾ NRI ਹੈਗਾ ਜਾਂ ਪਰਸਨ ਆਫ ਇੰਡੀਅਨ ਓਰੀਜਨ ਹੈਗਾ ਜੀ, ਸੈਟਲ ਹੈਗਾ ਬਾਹਰ, ਉਹ ਸਾਰੀਆਂ ਪ੍ਰੋਪਰਟੀਆਂ ਲੈ ਸਕਦਾ ਹੈ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਇੰਸਟੀਟਿਊਸ਼ਨ। ਪਰ ਉਹ ਪਲਾਂਟੇਸ਼ਨ ਪ੍ਰੋਪਰਟੀ, ਫਾਰਮ ਹਾਊਸ ਪ੍ਰੋਪਰਟੀ, ਖੇਤੀਬਾੜੀ ਦੀ ਪ੍ਰੋਪਰਟੀ ਨਹੀਂ ਲੈ ਸਕਦਾ। ਦਿਸ ਇਜ਼ ਅੰਡਰ ਦਾ ਜਨਰਲ ਪਰਮਿਸ਼ਨ। ਪਰ ਜੇ ਕਿਸੇ ਦੀ ਇਮੋਸ਼ਨਲ ਅਟੈਚਮੈਂਟ ਹੈਗੀ ਹੈ, ਕੋਈ ਆਪਣੇ ਪਿੰਡਾਂ 'ਚ ਪ੍ਰੋਪਰਟੀ ਲੈਣਾ ਚਾਹੁੰਦਾ ਹੈ, ਖੇਤੀਬਾੜੀ ਕਰਨਾ ਚਾਹੁੰਦਾ ਹੈਗਾ, ਉਹ ਰਿਜ਼ਰਵ ਬੈਂਕ ਆਫ ਇੰਡੀਆ RBI ਨੂੰ ਇੰਡੀਆ 'ਚ ਅਪਰੋਚ ਕਰ ਸਕਦਾ, ਦੇ ਸਕਦਾ ਇਮੋਸ਼ਨਲ ਕਨੈਕਟ ਕਿ ਮੈਂ ਲੈਣਾ ਚਾਹੁੰਦਾ ਜੀ ਪ੍ਰੋਪਰਟੀ, ਠੀਕ ਹੈ, ਆਪਣੇ ਕੰਟੀਨਿਊਟੀ ਬਣਾਉਣ ਲਈ, ਆਪਣੀ ਟ੍ਰੈਡੀਸ਼ਨ ਦੇ ਨਾਲ।
ਤੇ RBI ਗੋਇੰਗ ਇਨਟੂ ਦ ਮੈਰਿਟ ਆਫ ਦਿਸ ਕੇਸ ਦੇ ਕੈਨ ਗਿਵ ਕਮਿਸ਼ਨ। ਮਤਲਬ ਕਿ ਇਦਾਂ ਆਟੋਮੈਟਿਕ ਰੂਟ ਚ ਲੈਣਾ ਅਲਾਉਡ ਨਹੀਂ ਹੈਗਾ, ਪਰ ਜੇ ਫਿਰ ਵੀ ਕੋਈ ਲੈਣਾ ਚਾਹੁੰਦਾ ਹੈਗਾ ਸੋ ਦੇ ਕੈਨ ਅਪਰੋਚ ਰਿਜ਼ਰਵ ਬੈਂਕ ਆਫ ਇੰਡੀਆ, ਉਹਨਾਂ ਨੂੰ ਰੀਜ਼ਨਸ ਦੇ, ਤੇ RBI ਗੋਇੰਗ ਇਨਟੂ ਦ ਮੈਰਿਟਸ ਕੈਨ ਈਦਰ ਪ੍ਰੋਵਾਈਡ ਦੈਟ ਪਰਮਿਸ਼ਨ ਔਰ ਨਾਟ ਪ੍ਰੋਵਾਈਡ। ਸਿੰਪਲ। ਓਕੇ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਇੰਡੀਆ 'ਚ ਆਉਣਾ ਚਾਹੁੰਦਾ, ਮੰਨ ਲਓ ਕੋਈ ਇੰਡੀਆ 'ਚ ਪਰਮਾਨੈਂਟਲੀ ਆਉਣਾ ਚਾਹੁੰਦਾ, ਮੁੜ ਆ ਕੇ ਇੰਡੀਆ 'ਚ ਵਸਣਾ ਚਾਹੁੰਦਾ ਹੈ, ਸੋ ਇਹ ਪੋਸੀਬਲ ਹੈ ਕਿ ਇੱਕ ਵਾਰੀ ਤੁਸੀਂ ਬਾਹਰ ਜਾ ਕੇ ਵਸੇ ਹੋ ਤੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਇੰਡੀਆ 'ਚ ਆ ਕੇ ਵਸਦੇ ਚਾਹੁੰਦੇ ਹੋ ਤੇ ਉਹਦੇ ਵਾਸਤੇ ਕੋਈ ਸਪੈਸ਼ਲ ਲਾਜ਼ ਨੇ? ਬਹੁਤ ਮੈਂ ਦੇਖ ਰਿਹਾ NRIs ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨਸ ਨੇ, ਆਪਣੇ ਸੁਪਰ ਸੀਨੀਅਰ ਸਿਟੀਜ਼ਨਸ ਨੇ, ਉਹ ਹੁਣ ਵਾਪਸ ਆਉਣਾ ਚਾਹੁੰਦੇ ਨੇ, ਆਪਣੀ ਲੈਂਡ ਨਾਲ ਰੀਕਨੈਕਟ ਕਰਨਾ ਚਾਹੁੰਦੇ ਨੇ। ਆਪਾਂ ਮੇਨਲੀ ਪੰਜਾਬ ਚੰਡੀਗੜ੍ਹ ਦੀ ਗੱਲ ਕਰੀਏ, ਉਸ ਕੇਸ 'ਚ ਕੀ ਹੋਏਗਾ, ਜੇ ਕੋਈ ਪਰਮਾਨੈਂਟਲੀ ਵਾਪਸ ਆ ਰਿਹਾ ਹੈਗਾ ਇੰਡੀਆ ਦੇ ਵਿੱਚ ਤੇ ਉਹ ਜਿਸ ਦਿਨ ਲੈਂਡ ਕਰੂਗਾ ਉਹਦੀ ਇੰਟੈਂਸ਼ਨ ਪਤਾ ਚੱਲੂਗਾ। ਜੇ ਉਹ ਲੈਣਾ ਚਾਹ ਰਿਹਾ ਤਾਂ ਉਹ ਰੈਜ਼ੀਡੈਂਟ ਬਣ ਜਾਏਗਾ, ਨੰਬਰ 1। ਮਤਲਬ ਕਿ ਹੁਣ ਇੰਟੈਂਸ਼ਨ ਤੇ ਨੰਬਰ ਆਫ ਡੇਜ਼ ਦਾ ਸਟੇ ਦਾ ਵੀ ਇੱਕ ਮੈਕੈਨਿਜ਼ਮ ਹੈਗਾ ਕਿ ਇਹ ਤੁਸੀਂ ਫਲਾਈਟ ਤਾਂ ਬੁੱਕ ਕਰਵਾ ਕੇ ਲਿਆ, ਪਰ ਤੁਸੀਂ ਰਿਟਰਨ ਟਿਕਟ ਵੀ ਬੁੱਕ ਕਰਾਈ ਹੋਈ ਹੈ, ਜੇ ਉਹ ਹੈਗਾ ਦੈਟ ਇਜ਼ ਨਾਟ ਐਨ ਇੰਟੈਂਸ਼ਨ ਟੂ ਸੇ ਪਰਮਾਨੈਂਟਲੀ। ਪਰ ਜੇ ਕੋਈ ਲੋਕ ਪਰਮਾਨੈਂਟਲੀ ਵਾਈਂਡ ਆਫ ਕਰਕੇ ਪ੍ਰੋਪਰਟੀ ਵੇਚ ਕੇ ਇੰਡੀਆ 'ਚ ਮੂਵ ਕਰਨਾ ਚਾਹ ਰਹੇ ਨੇ, ਉਹ ਆ ਸਕਦੇ ਨੇ, ਉਹ ਰੈਜ਼ੀਡੈਂਟ ਬਣ ਜਾਣਗੇ ਇੰਡੀਆ ਦੇ ਵਿੱਚ ਐਜ਼ ਪਰ ਫੇਮਾ। ਹੁਣ ਫੇਮਾ ਐਂਡ ਇਨਕਮ ਟੈਕਸ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਵਰਜੈਂਸ ਹੈਗਾ, ਆਪਾਂ ਇਨਕਮ ਟੈਕਸ 'ਚ ਨਹੀਂ ਜਾਵਾਂਗੇ, ਫੇਮਾ ਦੀ ਗੱਲ ਕਰਾਂਗੇ ਆਪਾਂ, ਹਵਾਲਾ ਐਕਟ ਦੀ। ਜਦੋਂ ਉਹ ਲੈਂਡ ਕਰਨਗੇ ਉਹ ਰੈਜ਼ੀਡੈਂਟ ਬਣ ਜਾਣਗੇ। ਉਹਨਾਂ ਨੂੰ ਇੱਕ ਬਹੁਤ ਵਧੀਆ ਸੁਵਿਧਾ ਦਿੱਤੀ ਗਈ ਹੋਈ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਨਾਲ ਦੇ ਵੱਲੋਂ, ਕਿ ਉਹ ਇੱਕ ਰੈਜ਼ੀਡੈਂਟ ਫੋਰਨ ਕਰੰਸੀ ਅਕਾਊਂਟ ਖੋਲ ਸਕਦੇ ਨੇ, ਵਿਚ ਇਜ਼ ਕਾਲਡ ਐਨ RFC ਅਕਾਊਂਟ। ਹੁਣ RFC 'ਚ ਕੀ ਹੁੰਦਾ ਹੈਗਾ ਕਿ ਜਿੰਨੀ ਵੀ ਤੁਹਾਡੀ ਕਮਾਈ ਸੀਗੀ ਬਾਹਰੋਂ ਦੀ ਜਾਂ ਤੁਹਾਡੇ ਐਸੈਟ ਸੀਗੇ, ਤੁਸੀਂ ਵੇਚ ਕੇ ਪੈਸੇ ਲੈ ਕੇ ਆ ਰਹੇ ਹੋ, ਉਹ ਤੁਸੀਂ ਫੋਰਨ ਕਰੰਸੀ 'ਚ ਇੰਡੀਆ ਦੇ ਵਿੱਚ ਰੱਖ ਸਕਦੇ ਹੋ ਐਜ਼ RFC। ਅੱਛਾ, ਉਹ ਜੋ ਤੁਸੀਂ ਪੈਸੇ RFC 'ਚ ਪਾ ਲਏ, ਤੁਸੀਂ ਫਿਰ ਤੋਂ ਬਾਹਰ ਟ੍ਰਾਂਸਫਰ ਕਰਨੇ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਹੈ। There is no limitation on transfer money. ਤੁਸੀਂ ਇੰਡੀਆ 'ਚ ਆਓ, ਗਵਰਨਮੈਂਟ ਤੁਹਾਨੂੰ ਵੈਲਕਮ ਕਰਦੀ ਹੈ ਕਿ ਤੁਸੀਂ ਪੈਸੇ ਬਾਹਰੋਂ ਲੈ ਕੇ ਆਓ, ਇਨਕਮ ਲੈ ਕੇ ਆਓ, ਐਸੈਟਸ ਲੈ ਕੇ ਆਓ, ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਸੈਟਲ ਹੋ ਜਾਓ। ਜਦੋਂ ਤੁਸੀਂ ਰੈਜ਼ੀਡੈਂਟ ਬਣ ਗਏ, ਫਿਰ ਤੁਹਾਡੇ ਉੱਪਰ ਰੋਕ ਟੋਕ ਨਹੀਂ ਹੈਗੀ ਕੋਈ ਐਗਰੀਕਲਚਰ, ਪਲਾਂਟੇਸ਼ਨ, ਫਾਰਮ ਹਾਊਸ ਦੀ ਪ੍ਰੋਪਰਟੀ ਤੁਸੀਂ ਪਰਚੇਸ ਕਰ ਸਕਦੇ ਹੈਗੇ ਹੋ ਜੀ। ਤੇ ਇਨ ਕੇਸ ਕਿ ਹਾਂਜੀ ਅਸੀਂ ਪਰਚੇਸ ਕਰ ਸਕਦੇ ਹਾਂ ਇੱਥੇ ਆ ਕੇ, ਜਦੋਂ ਅਸੀਂ ਪਰਮਾਨੈਂਟ ਰੈਜ਼ੀਡੈਂਟ ਇੰਡੀਆ ਦੇ ਬਣਨਾ ਚਾਹੁੰਦੇ ਹਾਂ, ਰਿਟਰਨ ਟਿਕਟ ਬੁੱਕ ਨਹੀਂ ਕਰਾਉਂਦੇ, ਸਿਰਫ 1 ਵੇ ਟਿਕਟ ਲੈ ਕੇ ਆਉਂਦੇ ਹਾਂ, ਫਿਰ ਜਦੋਂ ਅਸੀਂ ਭਾਰਤ ਵਿੱਚ ਆਏ ਤਾਂ ਜਿਹੜੀ ਸਾਡੀ ਫੋਰਨ ਲੈਂਡ ਦੇ ਉੱਤੇ ਪ੍ਰਾਪਰਟੀ ਹੈ, ਮਨੀ ਹੈ, ਉਹਦਾ ਕੀ ਸਟੇਟਸ ਰਹੇਗਾ? ਉਹ ਅਸੀਂ ਰੱਖ ਸਕਦੇ ਹਾਂ ਜਾਂ ਸਾਨੂੰ ਵੇਚ ਕੇ ਸਾਰਾ ਪੈਸਾ ਇੰਡੀਆ ਦੇ ਵਿੱਚ ਲਿਆਉਣਾ ਪੈਣਾ? There is no ਰੋਕ ਟੋਕ ਜੀ। ਤੁਸੀਂ ਉਹ ਪ੍ਰਾਪਰਟੀ, ਫੋਰਨ ਮਨੀ, ਫੋਰਨ ਐਸੈਟਸ, ਫੋਰਨ ਬੈਂਕ ਅਕਾਊਂਟਸ, ਫੋਰਨ ਐਨੀਥਿੰਗ ਤੁਸੀਂ ਮੇਨਟੇਨ ਕਰ ਸਕਦੇ ਹੋ ਬਾਹਰ। There is no limitation, ਗਵਰਨਮੈਂਟ ਵੱਲੋਂ ਕੋਈ ਲਿਮਿਟੇਸ਼ਨ ਨਹੀਂ ਹੈਗੀ ਹੈ। ਗਵਰਨਮੈਂਟ ਤੁਹਾਨੂੰ ਵੈਲਕਮ ਕਰਦੀ ਹੈ ਕਿ ਤੁਸੀਂ ਬਾਹਰ ਰੱਖੋ ਪੈਸੇ, ਐਸੈਟਸ ਮੇਨਟੇਨ ਕਰੋ ਤੇ ਜਿੰਨੇ ਪੈਸੇ ਲੈ ਕੇ ਆਉਣਾ ਚਾਹੁੰਦੇ ਹੋ ਇੰਡੀਆ 'ਚ। ਅੱਛਾ, ਉਹਦੇ ਅੰਦਰ ਵੀ ਕੋਈ ਲਿਮਿਟ ਨਹੀਂ ਹੈਗੀ, ਤੁਸੀਂ ਕਿੰਨੇ ਪੈਸੇ ਲੈ ਕੇ ਆ ਸਕਦੇ ਹੋ, ਯੂ ਕੈਨ ਬ੍ਰਿੰਗ ਐਨੀ ਅਮਾਊਂਟ ਆਫ ਮਨੀ। ਜੀ। ਸੋ ਜਦੋਂ ਇੰਡੀਆ 'ਚ ਤੁਸੀਂ ਆ ਗਏ, ਹੁਣ ਤੁਸੀਂ ਅਕਾਊਂਟ ਤਾਂ ਖੁਲਵਾਉਣਾ ਹੀ ਨੇ ਬੈਂਕ ਦੇ ਵਿੱਚ, ਕਿਉਂਕਿ ਤਾਂ ਹੀ ਤੁਸੀਂ ਸਾਰੀ ਟ੍ਰਾਂਜੈਕਸ਼ਨਸ ਕਰ ਸਕਦੇ ਹੋ। ਸੋ ਕਿਸ ਤਰ੍ਹਾਂ ਦੇ ਅਕਾਊਂਟ ਤੁਸੀਂ ਇੰਡੀਆ ਦੇ ਵਿੱਚ ਖੁਲਵਾ ਸਕਦੇ ਹੋ? ਇਹ ਇੰਡੀਵਿਜੂਅਲ ਹੋਣਗੇ ਜਾਂ ਤੁਸੀਂ ਜੁਆਇੰਟ ਅਕਾਊਂਟ ਵੀ ਖੁਲਵਾ ਸਕਦੇ ਹੋ? ਹੁਣ ਅਸੀਂ ਇਸ ਕੁਐਸਚਨ ਨੂੰ ਦੋ ਵੇਜ਼ 'ਚ ਡਿਸੈਕਟ ਕਰ ਦਾਂਗੇ ਆਪਾਂ। ਪਹਿਲਾਂ ਤਾਂ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਜੇ ਕੋਈ ਇੰਡੀਆ ਤੋਂ ਸ਼ਖਸ ਬਾਹਰ ਜਾ ਰਿਹਾ ਪੜ੍ਹਨ ਲਈ, ਰਹਿਣ ਲਈ, ਇੰਪਲੋਇਮੈਂਟ ਲਈ, ਬਿਜ਼ਨਸ ਲਈ, ਵੋਕੇਸ਼ਨ ਲਈ, ਆਪਾਂ ਪਹਿਲਾਂ ਕੁਐਸਚਨ ਡਿਸਕਸ ਕੀਤਾ ਸੀ, ਉਹ NRI ਬਣ ਜਾਂਦਾ ਜੀ, ਠੀਕ ਹੈ ਜੀ। ਹੁਣ ਕੇਸ ਲੈਟਸ ਸੇ ਕੋਈ ਵੀ ਬਿਜ਼ਨਸਮੈਨ ਇੰਡੀਆ ਤੋਂ ਬਾਹਰ ਜਾ ਰਿਹਾ ਬਿਜ਼ਨਸ ਕਰਨ ਲਈ ਪਰਮਾਨੈਂਟਲੀ, ਉਹ NRI ਬਣੇਗਾ ਡੇ 1 ਤੇ, ਆਪਾਂ ਪਹਿਲਾਂ ਡਿਸਕਸ ਕੀਤਾ। ਉਹ ਕੀ ਕਰ ਸਕਦਾ ਹੈ ਕਿ ਜਿਸ ਉਹਨੇ ਆਪਣੀ ਟਿਕਟ ਵੀ ਬੁੱਕ ਕਰਾ ਲਈ, ਉਹ ਬੈਂਕ ਨੂੰ ਅਪਰੋਚ ਕਰੂਗਾ ਕਿ ਦੇਖੋ ਜੀ ਮੈਂ ਤਾਂ ਬਾਹਰ ਜਾ ਰਿਹਾ, ਮੈਨੂੰ ਪਾਸਪੋਰਟ ਦੀ ਮੇਰੀ ਕਾਪੀ ਹੈਗੀ ਹੈ, ਵੀਜ਼ਾ ਮੈਨੂੰ ਮਿਲ ਗਿਆ, ਮੈਂ ਲੌਂਗ ਟਰਮ ਵੀਜ਼ਾ ਲਈ ਜਾ ਰਿਹਾ ਹੈਗਾ, ਕਿ ਤੁਸੀਂ ਮੇਰਾ ਇੱਕ NRI ਅਕਾਊਂਟ ਖੋਲ ਦਿਓ। ਇੱਕ NRO ਅਕਾਊਂਟ ਹੁੰਦਾ ਹੈ ਨਾਨ ਰੈਜ਼ੀਡੈਂਟ ਆਰਡੀਨਰੀ ਡਿਪੋਜ਼ਿਟ ਅਕਾਊਂਟ ਜੀ। ਅਕਾਊਂਟ ਹੁੰਦਾ ਨਾਨ ਰੈਜ਼ੀਡੈਂਟ ਐਕਸਟਰਨਲ ਰੁਪੀ ਅਕਾਊਂਟ। ਦੋਨਾਂ 'ਚ ਕੀ ਫਰਕ ਹੈਗਾ? ਦੋਨੋਂ ਖੋਲਣਗੇ ਰੁਪੀ ਦੇ ਵਿੱਚ ਹੀ। ਹਾਂਜੀ। ਕੀ ਹੁੰਦਾ ਕਿ NRO 'ਚ ਤੁਸੀਂ ਲੋਕਲ ਪੈਸੇ ਜਾਂ ਲੋਕਲ ਇਨਕਮ ਪਾ ਸਕਦੇ ਹੋ। NRI 'ਚ ਕੀ ਹੁੰਦਾ ਕਿ ਤੁਸੀਂ ਆਪਣੀ ਫੋਰਨ ਸੋਰਸ ਦੀ ਇਨਕਮ ਪਾ ਸਕਦੇ ਹੋ NRI ਦੇ ਵਿੱਚ। NRI ਅਕਾਊਂਟ ਹੁੰਦਾ ਉਹ ਹੁੰਦਾ ਕਿ ਉਹਦੇ 'ਚ ਕੋਈ ਲਿਮਿਟੇਸ਼ਨ ਨਹੀਂ ਹੈਗੀ ਪੈਸੇ ਲੈ ਕੇ ਜਾਣ ਦੀ ਬਾਹਰ ਜੀ। ਅਕਾਊਂਟ 'ਚ ਤੁਸੀਂ ਸਾਲ 'ਚ $1 ਮਿਲੀਅਨ ਲੈ ਕੇ ਜਾ ਸਕਦੇ ਹੋ ਬਾਹਰ, ਵਿਚ ਇਜ਼ ਅਰਾਊਂਡ 7 ਕਰੋੜ ਰੁਪਏ ਦੇ ਆਸ-ਪਾਸ। ਤੀਜਾ ਅਕਾਊਂਟ ਤੁਸੀਂ FCNR ਅਕਾਊਂਟ ਖੋਲ ਸਕਦੇ ਹੋ, ਵਿਚ ਇਜ਼ ਅ ਫੋਰਨ ਕਰੰਸੀ ਨਾਨ ਰੀਪੇਟੇਬਲ ਅਕਾਊਂਟ। ਉਹਦੇ ਅੰਦਰ ਤੁਸੀਂ ਕੋਈ ਵੀ FD ਬਣਾਉਣੀ ਹੈਗੀ ਹੈ ਫੋਰਨ ਕਰੰਸੀ, US ਡਾਲਰ, ਕੈਨੇਡੀਅਨ ਡਾਲਰ, ਪਾਊਂਡ, ਯੂਰੋ, ਤੁਸੀਂ ਬਣਾ ਸਕਦੇ ਹੋ। ਇਹ 3 ਖਾਤੇ ਹੋ ਗਏ ਜੀ, NRO, NRE ਤੇ FCNR ਅਕਾਊਂਟ ਜੀ। ਗੱਲ ਵੈਰੀ ਇੰਪੋਰਟੈਂਟਲੀ, ਕੋਈ ਵੀ NRI ਜਾਂ PIO ਬਾਹਰੋਂ ਇੰਡੀਆ ਦੇ ਵਿੱਚ ਆ ਰਿਹਾ ਪਰਮਾਨੈਂਟਲੀ ਰਹਿਣ ਲਈ, ਉਹ ਵੀ ਆਪਾਂ ਕੀਤੀ
ਕਿ ਉਹ ਇੱਕ ਰੈਜ਼ੀਡੈਂਟ ਫੋਰਨ ਕਰੰਸੀ ਅਕਾਊਂਟ ਖੋਲ ਸਕਦਾ ਹੈਗਾ। ਉਹ ਫੋਰਨ 'ਚ ਖਾਤਾ ਹੋਏਗਾ, ਉਹਦੇ 'ਚ ਕੋਈ ਲਿਮਿਟ ਨਾ ਤਾਂ ਲੈ ਕੇ ਆਉਂਦੀ ਹੈ ਨਾ ਲੈ ਕੇ ਜਾਂਦੀ ਹੈ। ਇਟ ਇਜ਼ ਫ੍ਰੀਲੀ ਐਟਰੀਬਲ ਅਕਾਊਂਟ। ਇਹ ਹੋ ਪੰਜਵਾਂ ਖਾਤਾ, ਜੇ ਕੋਈ NRI ਇੰਡੀਆ ਤੋਂ ਬਾਹਰ ਰਹਿ ਰਿਹਾ ਹੈ ਤੇ ਇੰਡੀਆ 'ਚ ਬਿਜ਼ਨਸ ਕਰਨਾ ਚਾਹੁੰਦਾ ਹੈ, ਉਹਦੇ ਲਈ ਇੱਕ ਸਪੈਸ਼ਲ ਨਾਨ ਰੈਜ਼ੀਡੈਂਟ ਰੁਪੀ ਅਕਾਊਂਟ ਹੈਗਾ, SNRR ਅਕਾਊਂਟ। ਇਹ ਅਕਾਊਂਟ ਸਾਲਾਂ ਲਈ ਖੁੱਲਦਾ ਹੈਗਾ। ਇਹਦੇ 'ਚ ਤੁਸੀਂ ਬਿਜ਼ਨਸ ਟ੍ਰਾਂਜੈਕਸ਼ਨਸ ਕਰ ਸਕਦੇ ਹੈਗੇ ਹੋ। ਤੁਹਾਡੇ ਜਿਹੜਾ ਹੋਊਗਾ ਉਹ ਬੈਂਕ ਤੁਹਾਡੀ ਟ੍ਰਾਂਜੈਕਸ਼ਨ ਨੂੰ ਰਿਪੋਰਟ ਕਰੂਗਾ ਅੱਗੇ RBI ਤੇ ਡਿਪਾਰਟਮੈਂਟ ਨੂੰ। ਇਹ ਖਾਤਾ ਹੈਗਾ ਫॉर ਬਿਜ਼ਨਸ ਕਰਨ ਲਈ। ਥੋੜਾ ਦੂਜਾ ਪਾਰਟ ਸੀਗਾ ਕਿ ਕੀ ਮੈਂ ਜੁਆਇੰਟਲੀ ਖੋਲ ਸਕਦੇ ਨੇ NRIs ਅਕਾਊਂਟ? ਬਿਲਕੁਲ ਜੀ। NRIs NRO NRE ਅਕਾਊਂਟ ਆਪਣੇ ਰਿਸ਼ਤੇਦਾਰਾਂ ਨਾਲ, ਰਿਲੇਟਿਵਸ, ਵੈਰੀ ਇੰਪੋਰਟੈਂਟ, ਸਿਰਫ ਆਪਣੇ ਰਿਲੇਟਿਵ ਨਾਲ ਜੁਆਇੰਟ ਖਾਤਾ ਖੋਲ ਸਕਦੇ ਨੇ ਔਨ ਫਾਰਮਰ ਸਰਵਾਈਵਰ ਬੇਸਿਸ, ਪਾਵਰ ਅਟਰਨੀ ਬੇਸਿਸ। ਇਹਦੇ 'ਚ ਧਿਆਨ ਸਿਰਫ ਇਹ ਰੱਖਣਾ ਕਿ ਲੋਕਲ ਇਨਕਮ ਜਿਹੜੀ ਹੈਗੀ ਉਹ NRI ਅਕਾਊਂਟ 'ਚ ਜਮ੍ਹਾਂ ਹੋ ਜਾਏਗੀ। ਜੇ ਤੁਹਾਡੇ ਰਿਸ਼ਤੇਦਾਰ ਨੇ ਕੋਈ ਪੇਮੈਂਟ ਕਢਵਾਉਣੀ ਹੈਗੀ ਹੈ, ਦੈਟ ਹੈਜ਼ ਟੂ ਬੀ ਆਥੋਰਾਈਜ਼ਡ ਬਾਈ ਦੀ NRI ਹੋਲਡਰ। ਇਹ ਨਹੀਂ ਹੋ ਸਕਦਾ ਤੁਸੀਂ ਕਿ ਰਿਲੇਟਿਵ ਤੁਹਾਡਾ ਜਿਹੜਾ ਵੀ ਕੋਈ ਰੈਜ਼ੀਡੈਂਟ ਹੈਗਾ ਉਹ ਆਪਣੇ ਲਈ ਪੈਸੇ ਵਰਤੀ ਜਾਊਗਾ। ਨੋ, ਇਟ ਹੈਜ਼ ਟੂ ਬੀ ਆਥੋਰਾਈਜ਼ਡ ਬਾਈ ਦੀ ਨਾਨ ਰੈਜ਼ੀਡੈਂਟ। ਜੁਆਇੰਟ ਅਕਾਊਂਟ ਤੁਸੀਂ ਖੋਲ ਸਕਦੇ ਹੋ ਔਨ ਫਾਰਮਰ ਸਰਵਾਈਵਰ ਬੇਸਿਸ ਤੇ। ਸੋ ਇਹ ਡਿਫਰੈਂਟ ਫੀਚਰਸ ਨੇ ਜੋ ਡਿਫਰੈਂਟ ਅਕਾਊਂਟਸ ਨੇ, ਔਰ ਇਹਦੇ ਵਿੱਚ ਜੋ ਤੁਸੀਂ ਮੇਨ ਅਕਾਊਂਟ ਹੋਲਡਰ ਹੈ ਉਹਦੀ ਹੀ ਮਰਜ਼ੀ ਚੱਲਣੀ ਹੈ। ਯੈਸ, ਵੈਰੀ ਇੰਪੋਰਟੈਂਟ ਜੀ। ਹੁਣ ਤੁਸੀਂ ਆਏ ਕਿ ਇਨਵੈਸਟਮੈਂਟ ਵਾਸਤੇ ਤੁਸੀਂ ਇੱਕ ਪੁਆਇੰਟ ਦਿੱਤਾ ਸੀਗਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਸਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪੈਣੀ ਹੈ। ਸੋ ਉਹ ਪਰਮਿਸ਼ਨ ਲੈਣ ਵਾਸਤੇ ਕੋਈ ਉਹਦੇ ਵਾਸਤੇ ਐਪਲੀਕੇਸ਼ਨਸ ਦੇਣ ਲਈ ਲੀਗਲ ਮਾਈਂਡਸ ਹਾਇਰ ਕਰਨੇ ਪੈਣਗੇ, ਕੋਈ ਐਡਵੋਕੇਟ ਦੇ ਜ਼ਰੀਏ, ਕੋਈ ਫਾਈਨੈਂਸ਼ੀਅਲ ਐਕਸਪਰਟਸ ਹਾਇਰ ਕਰਨੇ ਪੈਣਗੇ ਸਾਨੂੰ? ਨਹੀਂ ਖੰਨਾ ਜੀ, ਇਹਦੀ ਜ਼ਰੂਰਤ ਨਹੀਂ ਹੈਗੀ। NRI ਖੁਦ ਆਪਣਾ ਕੇਸ ਜਿਹੜਾ ਹੈਗਾ ਫਾਈਲ ਕਰ ਸਕਦਾ RBI ਦੇ ਵਿੱਚ ਅਪਰੂਵਲ ਲਈ। ਹੀ ਨੀਡ ਨਾਟ ਗੋ ਟੂ ਅ ਲਾਇਰ ਔਰ ਅ ਚਾਰਟਰਡ ਅਕਾਊਂਟੈਂਟ ਔਰ ਫਾਈਨੈਂਸ਼ੀਅਲ ਕੰਸਲਟੈਂਟ। ਮਤਲਬ ਕਿ ਐਂਟਰਟੇਨਮੈਂਟ ਨਹੀਂ ਕਰਦਾ ਉਹਨੂੰ। RBI ਕਹਿੰਦਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਪ੍ਰੋਪਰਟੀ, ਤੁਸੀਂ ਆਪਣਾ ਇੱਕ ਕੇਸ ਬਣਾਓ ਕਿ ਤੁਸੀਂ ਲੈਣਾ ਚਾਹੁੰਦੇ ਹੋ ਤੇ ਰੀਜ਼ਨ ਕੀ ਹੈਗਾ ਤੁਹਾਡਾ। ਤੁਸੀਂ ਉਹ ਕੇਸ RBI ਨੂੰ ਅਪਰੋਚ ਕਰੋਗੇ ਤੁਸੀਂ ਕਿ ਜੀ ਮੈਂ ਲੈਣਾ ਚਾਹੁੰਦਾ, ਮੇਰਾ ਇਮੋਸ਼ਨਲ ਰੀਜ਼ਨ ਹੈ ਜਾਂ ਮੈਂ ਕੋਈ ਫਿਲੈਂਥ੍ਰੋਪਿਕ ਰੀਜ਼ਨ ਜਾਂ ਸੋਸ਼ਲ ਰੀਜ਼ਨ ਹੈਗਾ ਜਾਂ ਮੈਂ ਕੋਈ ਖੇਤੀਬਾੜੀ ਕਰਨਾ ਚਾਹੁੰਦਾ ਹੈ। RBI going this will decide whether to give you or not give you the permission for the agriculture plantation or a farmer's property। ਇਸ ਤੋਂ ਇਲਾਵਾ ਕੋਈ ਪ੍ਰੋਪਰਟੀ ਲੈਣੀ ਹੈ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਇੰਸਟੀਟਿਊਸ਼ਨ, ਤੁਹਾਨੂੰ ਕੋਈ ਲੋੜ ਨਹੀਂ ਪਰਮਿਸ਼ਨ ਦੀ। ਅੱਛਾ, there is also limit on any number of properties you buy। the only requirement is ਤੁਸੀਂ ਇਹ ਨਹੀਂ ਕਰੋਗੇ ਜੀ ਮੈਂ ਅੱਜ ਰਿਹਾਇਸ਼ੀ ਅੱਜ ਲੈਤੀ ਕੱਲ ਵੇਚਤੀ। ਟ੍ਰੇਡਿੰਗ ਨਹੀਂ ਕਰ ਸਕਦੇ ਤੁਸੀਂ। ਤੁਸੀਂ ਇਨਵੈਸਟਮੈਂਟ ਕਰਨੀ, ਤੁਸੀਂ ਪ੍ਰੋਪਰਟੀ ਲੈ ਸਕਦੇ ਹੋ ਜਿੰਨੀਆਂ ਮਰਜ਼ੀ, ਕੋਈ ਦਿੱਕਤ ਨਹੀਂ। ਮਤਲਬ ਕਿੰਨੀਆਂ ਵੀ ਪ੍ਰਾਪਰਟੀਆਂ ਤੁਸੀਂ ਲੈ ਸਕਦੇ ਹੋ। ਜੇ ਤੁਹਾਡਾ ਬਿਜ਼ਨਸ ਮਾਡਲ ਹੈਗਾ ਕਿ ਤੁਸੀਂ ਪ੍ਰਾਪਰਟੀ ਲੈ ਕੇ ਉਹਨੂੰ ਬਣਾ ਕੇ ਫਲਿੱਪ ਕਰਕੇ ਵੇਚਣਾ ਹੈਗਾ, ਤਾਂ ਤੁਹਾਨੂੰ ਫਿਰ ਰੀਅਲ ਏਸਟੇਟ ਦੇ ਵਿੱਚ ਤੁਹਾਡੀ ਡੈਫੀਨੇਸ਼ਨ ਆਊਗੀ। ਉਸ ਐਕਟੀਵਿਟੀ ਕਰਨ ਲਈ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਹੈ RBI ਤੋਂ ਬਿਜ਼ਨਸ ਕਰਨ ਲਈ, ਫॉर ਰੀਅਲ ਏਸਟੇਟ ਬਿਜ਼ਨਸ। ਓਕੇ, ਅਦਰਵਾਈਜ਼ ਤੁਸੀਂ ਆਪਣੇ ਵਾਸਤੇ ਖਰੀਦ ਸਕਦੇ ਹੋ। ਯੈਸ, ਨੰਬਰ ਆਫ ਨੋ ਇਸ਼ੂ। ਨੰਬਰ ਆਫ ਪ੍ਰਾਪਰਟੀਜ਼, ਹੁਣ ਤੁਸੀਂ ਇੱਕ ਜਗ੍ਹਾ ਪਾਵਰ ਆਫ ਅਟਾਰਨੀ ਦੀ ਗੱਲ ਕੀਤੀ ਹੈ। ਸੋ ਪ੍ਰਾਪਰਟੀ ਦੇ ਵਿੱਚ ਕਈ ਵਾਰ ਤੁਸੀਂ ਹੋ ਕਿ ਮੰਨ ਲਓ ਤੁਸੀਂ ਵਿਦੇਸ਼ ਵਿੱਚ ਹੀ ਹੋ, ਤੁਸੀਂ ਹਜੇ ਇੰਡੀਆ ਦੇ ਵਿੱਚ ਨਹੀਂ ਆਏ ਹੋ ਤੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ। ਮੰਨ ਲਓ ਕਿ ਉਹ ਫਾਰਮ ਹਾਊਸ ਨਹੀਂ ਹੈ, ਐਗਰੀਕਲਚਰ ਨਾਲ ਰਿਲੇਟਡ ਨਹੀਂ ਹੈ, ਪਲਾਂਟੇਸ਼ਨ ਨਾਲ ਰਿਲੇਟਡ ਨਹੀਂ ਹੈ, ਸਿਰਫ ਕਮਰਸ਼ੀਅਲ ਹੈ ਜਾਂ ਰੈਜ਼ੀਡੈਂਸ਼ੀਅਲ ਹੈ, ਤੁਸੀਂ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਪਾਵਰ ਆਫ ਅਟਾਰਨੀ ਚੱਲ ਜਾਏਗੀ ਜਾਂ ਤੁਹਾਨੂੰ ਇਨ ਪਰਸਨਲੀ ਉੱਥੇ ਆਉਣਾ ਪਏਗਾ ਵੇਚਣ ਵੇਲੇ ਤੇ ਖਰੀਦਣ ਵੇਲੇ? ਬਹੁਤ ਹੀ ਵਧੀਆ ਕੁਐਸਚਨ ਹੈ ਜੀ। ਹੁਣ ਪਾਵਰ ਅਟਾਰਨੀ ਇਜ਼ ਅ ਅਪਰੂਵਡ ਮੈਕੈਨਿਜ਼ਮ ਫॉर ਬਾਇੰਗ ਐਂਡ ਸੈਲਿੰਗ ਆਫ ਪ੍ਰਾਪਰਟੀ ਜੀ। ਹੁਣ ਪਾਵਰ ਅਟਾਰਨੀ ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਬੜੀ ਇੰਪੋਰਟੈਂਟ ਜਜਮੈਂਟ ਸੀ ਕਿ ਤੁਸੀਂ ਪਾਵਰ ਅਟਾਰਨੀ ਕਿਹਨੂੰ ਦੇ ਸਕਦੇ ਹੋ। ਪਹਿਲਾਂ ਪਾਵਰ ਅਟਾਰਨੀ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਸੀਗੇ, ਕਿਸੇ ਫਰੈਂਡ, ਮਿੱਤਰ, ਯਾਰ ਨੂੰ ਜਾਂ ਕਿਸੇ ਥਰਡ ਪਰਸਨ ਨੂੰ, ਔਰ ਅ ਪ੍ਰੋਪਰਟੀ ਏਜੰਟ ਔਰ ਅ ਰੀਅਲ ਏਸਟੇਟ ਏਜੰਟ। ਐਜ਼ ਦੀ ਵਿੱਚ ਪਾਵਰ ਅਟਾਰਨੀ ਕੈਨ ਓਨਲੀ ਬੀ ਗਿਵਨ ਟੂ ਅ ਰਿਲੇਟਿਵ ਜੀ। ਪਹਿਲਾ ਕੁਐਸਚਨ ਤਾਂ ਇਹ ਕਲੀਅਰ ਹੋ ਗਿਆ। ਸੈਕੰਡ ਪਾਰਟ ਇਜ਼ ਜੇ ਤੁਸੀਂ ਪ੍ਰਾਪਰਟੀ ਵੇਚਣੀ ਹੈ ਜਾਂ ਲੈਣੀ ਹੈ, ਤੁਹਾਨੂੰ ਸਪੈਸ਼ਲ ਆਉਣ ਦੀ ਲੋੜ ਨਹੀਂ ਹੈਗੀ ਇੰਡੀਆ ਦੇ ਵਿੱਚ। ਆਪਣੀ ਜਿੱਦਾਂ ਤੁਸੀਂ USA ਸੈਕਰਾਮੈਂਟੋ ਕੈਲੀਫੋਰਨੀਆ 'ਚ ਬੈਠੇ ਹੋ, ਤੁਸੀਂ ਆਪਣੇ ਉੱਥੇ ਜਿਹੜਾ ਕਮਿਸ਼ਨ ਹੈਗਾ ਇੰਡੀਅਨ ਹਾਈ ਕਮਿਸ਼ਨ, ਉੱਥੇ ਜਾਣਾ। ਪਾਵਰ ਅਟਾਰਨੀ ਨੂੰ ਤੁਸੀਂ ਪਾਵਰ ਆਫ ਅਟਾਰਨੀ PAO ਨੂੰ ਤੁਸੀਂ ਉੱਧਰ ਆਪਣਾ ਤਸਦੀਕ ਕਰਵਾਉਣਾ ਤੇ ਉਹਨੂੰ ਨੋਟਰਾਈਜ਼ ਕਰਵਾ ਕੇ ਇੰਡੀਆ 'ਚ ਭੇਜ ਦੇਣਾ ਤੁਸੀਂ ਰਿਲੇਟਿਵ ਨੂੰ। ਉਹ ਰਿਲੇਟਿਵ ਕੀ ਕਰੂਗਾ, ਉਹ ਪਾਵਰ ਅਟਾਰਨੀ ਜਿਹੜੀ ਤਸਦੀਕ ਹੋ ਕੇ ਆਈ ਹੈ ਬਾਹਰੋਂ, ਨੋਟਰੀ ਹੋ ਕੇ ਆਈ ਹੈ, ਉਹ ਫਿਰ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ ਵਿੱਚ ਇੱਕ DC ਆਫਿਸ ਹੈਗਾ, ਵਿੱਚ ਇੱਕ ਐਮਬੋਸਿੰਗ ਸੈੱਲ ਹੁੰਦਾ ਹੈ। ਐਮਬੋਸਿੰਗ ਤੁਸੀਂ ਉਹ ਪਾਵਰ ਅਟਾਰਨੀ ਪਲੱਸ NRI ਦੇ ਪਾਸਪੋਰਟ ਦੀ ਕਾਪੀ, ਐਡਰੈਸ ਦੀ ਕਾਪੀ, ਸਭ ਕੁਝ ਲੈ ਕੇ ਜਾਓਗੇ, ਆਪਣੇ ਆਪਣਾ ਆਧਾਰ ਜਾਂ ਪੈਨ ਕਾਰਡ ਸਭ ਕੁਝ ਲੈ ਕੇ ਜਾਓਗੇ। ਉੱਥੇ ਉਹ ਐਮਬੋਸਿੰਗ ਹੋਊਗੀ, ਐਮਬੋਸਿੰਗ ਜੋ ਵੀ ਲੱਗੇਗੀ
ਉਹਦੇ ਬਾਅਦ ਉਹ ਜਿਹੜੇ ਪਾਵਰ ਅਟਰਨੀ ਨੂੰ ਇੱਕ ਲੀਗਲ ਇੱਕ ਅਪਰੂਵਲ ਮਿਲ ਗਈ ਇੰਡੀਆ ਦੇ ਵਿੱਚ ਆਫਟਰ ਐਮਬੋਸਿੰਗ। ਉਸ ਡਾਕੂਮੈਂਟ ਨੂੰ ਲੈ ਕੇ ਜਾਓਗੇ ਤਹਿਸੀਲਦਾਰ ਦੇ ਆਫਿਸ ਦੇ ਵਿੱਚ ਜੀ, ਜਾਂ ਲੈਣੀ ਹੈ ਜਾਂ ਵੇਚਣੀ ਹੈ, ਤਹਿਸੀਲਦਾਰ ਉਸ ਐਮਬੋਸ ਡਾਕੂਮੈਂਟ ਦੇ ਬੇਸਿਸ ਤੇ ਰਜਿਸਟਰੀ ਕਰ ਦੂਗਾ ਐਨਆਰਆਈ ਦੇ ਨਾਮ ਥਰੂ ਅ ਪਾਵਰ ਅਟਰਨੀ ਹੋਲਡਰ। ਦੈਟ ਇਜ਼ ਅਲਾਉਡ। ਓਕੇ। ਸੋ ਇੱਕ ਜਗ੍ਹਾ ਇਹ ਪੁਆਇੰਟ ਆਉਂਦੇ ਨੇ ਕਿ ਤੁਸੀਂ ਜਦੋਂ ਮਨੀ ਦੇ ਵਿੱਚ ਡੀਲ ਕਰਦੇ ਹੋ, ਪ੍ਰਾਪਰਟੀਜ਼ ਦੇ ਵਿੱਚ ਡੀਲ ਕਰਦੇ ਹੋ, ਕਈ ਵਾਰ ਤੁਹਾਨੂੰ ਉਧਾਰ ਵੀ ਲੈਣਾ ਪੈਂਦਾ ਕਿਉਂਕਿ ਹਮੇਸ਼ਾ ਤੁਹਾਡੇ ਕੋਲ ਮਨੀ ਨਹੀਂ ਹੁੰਦੀ ਹੈ, ਕੁਝ ਨਾ ਕੁਝ ਤੁਹਾਨੂੰ ਹੈਲਪ ਲੈਣੀ ਪੈ ਸਕਦੀ ਹੈ। ਸੋ ਜੋ ਫੋਰਨ ਲੈਂਡ ਤੇ ਰਹਿਣ ਵਾਲੇ ਇੰਡੀਅਨਸ ਨੇ ਆਪਣੇ ਕਿਸੇ ਰਿਸ਼ਤੇਦਾਰ ਤੋਂ, ਕਿਸੇ ਫਰੈਂਡ ਤੋਂ ਜੋ ਇੰਡੀਆ ਵਿੱਚ ਰਹਿੰਦਾ ਹੈ, ਉਸ ਤੋਂ ਉਧਾਰ ਲੈ ਕੇ, ਬੋਰੋ ਕਰਕੇ ਮਨੀ ਇਨਵੈਸਟ ਕਰ ਸਕਦੇ ਨੇ ਪ੍ਰਾਪਰਟੀ ਦੇ ਵਿੱਚ? ਬਿਲਕੁਲ ਕਰ ਸਕਦੇ ਨੇ ਜੀ। ਐਨਆਰਆਈ ਇਹਦੇ 'ਚ ਹੁਣ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈਗਾ। ਫਸਟ ਗੱਲ ਤਾਂ ਜਿਹੜਾ ਐਨਆਰਆਈ ਹੈਗਾ ਆਪਣੇ ਕਲੋਜ਼ ਰਿਲੇਟਿਵ ਤੋਂ ਲੋਨ ਲੈ ਸਕਦਾ ਹੈਗਾ। ਓਕੇ। $2.5 ਲੱਖ ਸਾਲ ਦਾ, $2.5 ਲੱਖ ਨੰਬਰ 1। ਔਰ ਜਿਹੜਾ ਤੁਸੀਂ ਲੋਨ ਲੈ ਲਿਆ ਉਹ ਤੁਹਾਡਾ ਲੋਨ ਇੰਡੀਆ ਤੋਂ ਬਾਹਰ ਨਹੀਂ ਜਾਣਾ, ਉਹ ਇੰਡੀਆ 'ਚ ਹੀ ਰਹਿਣਾ। ਉਹ ਤੁਹਾਡੇ ਜਿਹੜਾ ਅਕਾਊਂਟ ਖੋਲੋਗੇ ਐਨਆਰ ਅਕਾਊਂਟ 'ਚ ਕ੍ਰੈਡਿਟ ਕਰ ਸਕਦੇ ਆ ਪੈਸਾ। ਮਤਲਬ ਕਿ ਮੈਂ ਨਿਪਨ ਬੰਸਲ ਰੈਜ਼ੀਡੈਂਟ ਹੈਗਾ, ਮੈਂ ਆਪਣੇ ਕਿਸੇ ਰਿਲੇਟਿਵ ਨੂੰ ਲੋਨ ਦੇਣਾ ਹੈ, ਉਹਨਾਂ ਨੇ ਪ੍ਰਾਪਰਟੀ ਬਾਏ ਕਰਨੀ ਹੈ, ਮੈਂ ਉਹਨਾਂ ਦੇ ਐਨਆਰ ਅਕਾਊਂਟ 'ਚ ਪੈਸੇ ਪਾਉਂਗਾ ਇੰਡੀਆ ਦੇ ਵਿੱਚ ਵਿਦ ਇੰਡੀਅਨ ਬੈਂਕ। ਉਹ ਜਦੋਂ ਪੈਸੇ ਲੈ ਗਏ ਐਨਆਰ ਅਕਾਊਂਟ ਦੇ ਵਿੱਚ ਮੇਰੇ ਨਾਨ ਰੈਜ਼ੀਡੈਂਟ ਰਿਲੇਟਿਵ ਦੇ ਵਿੱਚ, ਉਹ ਨਾਨ ਰੈਜ਼ੀਡੈਂਟ ਉੱਥੋਂ ਚੈੱਕ ਕੱਟੂਗਾ ਜਾਂ ਪੇਮੈਂਟ ਕਰੂਗਾ ਪ੍ਰਾਪਰਟੀ ਬਾਏ ਕਰਨ ਲਈ। ਉਹ ਇੰਡੀਆ 'ਚੋਂ ਬਾਹਰ ਨਹੀਂ ਜਾ ਸਕਦੇ। ਜਿਹੜਾ ਮੈਂ ਲੋਨ ਦਊਂਗਾ ਆਪਣੇ ਐਨਆਰਆਈ ਰਿਲੇਟਿਵ ਨੂੰ, ਉਹਦੇ ਉੱਪਰ ਇੱਕ ਤਾਂ ਕੋਈ ਵਿਆਜ ਨਹੀਂ ਹੋਊਗਾ ਜੀ, ਮਿਨੀਮਮ 1 year ਐਂਡ ਇਟ ਕੈਨੋਟ ਬੀ ਟੇਕਨ ਆਊਟਸਾਈਡ ਇੰਡੀਆ। ਠੀਕ ਹੋ ਗਿਆ ਜੀ, ਇਹ ਤਾਂ ਲੋਨ ਵਾਲਾ ਪਾਰਟ ਹੋ ਗਿਆ। ਸੈਕੰਡਲੀ ਆਪਾਂ ਰਿਵਰਸ ਲੈ ਲੈਣੇ, ਕੀ ਨਾਨ ਰੈਜ਼ੀਡੈਂਟ ਰਿਲੇਟਿਵ ਆਪਣੇ ਇੰਡੀਅਨ ਰਿਲੇਟਿਵ ਨੂੰ ਲੋਨ ਦੇ ਸਕਦਾ ਹੈ? ਯੈਸ, ਦੇ ਸਕਦਾ। ਉਹਦੇ 'ਚ ਕੋਈ ਲਿਮਿਟ ਨਹੀਂ ਹੈਗੀ। $2.5 ਲੱਖ ਦੀ ਦੇयर इज नो ਲਿਮਿਟ ਫॉर ਗਿਵਿੰਗ ਦ ਲੋਨ। ਉਹ ਲੋਨ ਦੇ ਸਕਦਾ ਹੈ। ਉਹ 'ਚ ਵੀ ਰਿਵਰਸ ਕੰਡੀਸ਼ਨ ਇਹ ਹੈ ਕਿ ਮਿਨੀਮਮ 1 ਸਾਲ ਦਾ ਲੋਨ ਹੋਊਗਾ ਤੇ देयर वुड बी नो ਇੰਟਰਸਟ ਔਨ ਦੈਟ ਲੋਨ। ਓਕੇ, ਮਤਲਬ ਹੋ ਸਕਦਾ, ਬਟ ਦੀ ਓਨਲੀ ਰਿਕੁਆਇਰਮੈਂਟ ਇਜ਼ ਯੂ ਸ਼ੁਡ ਬੀ ਰਿਲੇਟਿਵਸ, both yourself and non-resident relative। ਗਿਫਟਿੰਗ 'ਚ ਪ੍ਰੋਵੀਜ਼ਨ ਕੀ ਹੈਗੀ ਹੈ ਕਿ ਜੇ ਐਜ਼ ਅ ਰੈਜ਼ੀਡੈਂਟ ਤੁਸੀਂ ਨਾਨ ਰੈਜ਼ੀਡੈਂਟ ਨੂੰ ਦੇਣਾ ਚਾਹੁੰਦੇ ਹੋ, ਪਹਿਲੀ ਰਿਕੁਆਇਰਮੈਂਟ ਹੈ ਕਿ ਹੀ ਸ਼ੁਡ ਬੀ ਅ ਰਿਲੇਟਿਵ, ਹੀ ਔਰ ਸ਼ੀ ਸ਼ੁਡ ਬੀ ਅ ਰਿਲੇਟਿਵ। $2.5 ਲੱਖ ਤੱਕ ਦਾ ਤੁਸੀਂ ਗਿਫਟ ਪਾ ਸਕਦੇ ਹੋ in the account of the non-resident। Similarly, non-resident relative can also gift to the resident relative any sum of amount। ਇਹ ਲੋਨ ਹੋ ਗਿਆ ਤੇ ਗਿਫਟ ਹੋ ਗਿਆ ਜੀ। ਓਕੇ, ਹੁਣ ਇਹਦੇ ਵਿੱਚ ਇੱਕ ਪੁਆਇੰਟ ਲੈਂਦੇ ਹਾਂ ਕਿ ਮੰਨ ਲਓ ਉਹ ਰਿਲੇਟਿਵ ਨਹੀਂ ਹੈ, ਕੋਈ ਕੰਪਨੀ ਹੈ, ਕੋਈ ਬੈਂਕ ਹੈ, ਬੈਂਕ ਤੋਂ ਲੋਨ ਲੈ ਸਕਦਾ ਹੈ, ਕਿਸੇ ਕੰਪਨੀ ਤੋਂ ਲੋਨ ਲੈ ਸਕਦਾ ਹੈ ਜੋ ਇਸ ਵਕਤ ਇੰਡੀਆ ਦੀ ਧਰਤੀ ਤੇ ਨਹੀਂ ਹੈ, ਕਿਸੇ ਫੋਰਨ ਲੈਂਡ ਤੇ ਹੈ ਪਰ ਉਹ ਇੰਡੀਅਨ ਹੈ। ਨਾਨ ਰੈਜ਼ੀਡੈਂਟ ਜਿਹੜਾ ਬੰਦਾ ਹੈਗਾ ਉਹ ਇੰਡੀਆ 'ਚ ਪ੍ਰਾਪਰਟੀ ਬਾਏ ਕਰਨ ਲਈ ਕਿਸੇ ਵੀ ਬੈਂਕ ਤੋਂ ਲੋਨ ਲੈ ਸਕਦਾ ਹੈਗਾ। ਐਨੀ ਬੈਂਕ, ਬੈਂਕਸ ਲੋਨ ਦਿੰਦੇ ਨੇ ਪ੍ਰਾਪਰਟੀ ਬਾਏ ਕਰਨ ਲਈ। ਠੀਕ ਹੈ, ਹੋ ਗਿਆ। ਹੁਣ ਗੱਲ ਦੂਜੀ ਆਉਂਦੀ ਹੈ ਕਿ ਕੋਈ ਕੰਪਨੀ ਜਾਂ ਫਰਮ ਨਾਨ ਰੈਜ਼ੀਡੈਂਟ ਤੋਂ ਲੋਨ ਲੈਣਾ ਚਾਹੁੰਦੀ ਹੈ। ਜੇ ਇਫ ਦੈਟ ਕੇਸ, ਫਿਰ ਉਹਦੇ ਵਿੱਚ ਇੱਕ ECB ਦਾ ਮੈਕੈਨਿਜ਼ਮ ਹੈਗਾ, ਐਕਸਟਰਨਲ ਕਮਰਸ਼ੀਅਲ ਬੋਰਿੰਗਸ ਦਾ ਮੈਕੈਨਿਜ਼ਮ। ਉਹ ਤੁਹਾਨੂੰ ਮੈਕੈਨਿਜ਼ਮ ਫੋਲੋ ਕਰਨਾ ਪੈਣਾ ਹੈਗਾ, RBI ਦੀ ਅਪਰੂਵਲ ਜਾਂ ਆਟੋਮੈਟਿਕ ਰੂਟ। ਤੁਸੀਂ ਉਸ ਰੂਟ 'ਚ NRIs ਤੋਂ ਪੈਸੇ ਲੈ ਸਕਦੇ ਹੈਗੇ ਹੋ ਇੰਡੀਆ ਦੇ ਵਿੱਚ ਕੰਮ ਕਰਨ ਲਈ। ਓਕੇ, ਹੁਣ ਇਹਦੇ ਵਿੱਚ ਬਾਂਸਲ ਸਰ ਇੱਕ ਪੁਆਇੰਟ ਆਉਂਦਾ ਹੈ ਕਿ ਇੱਕ ਤਾਂ ਹੈ ਜੋ NRI ਹੈ ਜਾਂ ਪਰਸਨ ਆਫ ਇੰਡੀਅਨ ਓਰੀਜਨ ਹੈ, ਉਹਦਾ ਕੋਈ ਨਾ ਕੋਈ ਨਾਤਾ ਹੈ ਭਾਰਤ ਦੀ ਧਰਤੀ ਨਾਲ ਕਿ ਉਹ ਇੱਥੇ ਪੈਦਾ ਹੋਇਆ, ਰਾਈਟ। ਹੁਣ ਇੱਕ ਉਹ ਬੱਚੇ ਨੇ ਜਿਹੜੇ ਫੋਰਨ ਲੈਂਡ ਤੇ ਪੈਦਾ ਹੋਏ, ਉਹ ਕਦੀ ਇੰਡੀਆ ਨਹੀਂ ਆਏ, ਉਹਨਾਂ ਦੀ ਪੈਦਾਇਸ਼ ਬਾਹਰ ਦੀ ਹੈ, ਪਰ ਉਹ ਇਹਨਾਂ ਮਾਤਾ ਪਿਤਾ ਦੇ ਬੱਚੇ ਨੇ ਜੋ NRI ਨੇ ਜਾਂ ਪਰਸਨ ਆਫ ਇੰਡੀਅਨ ਓਰੀਜਨ ਨੇ। ਉਹ ਇੰਡੀਅਨ ਸਿਟੀਜ਼ਨ ਤਾਂ ਨਾ ਹੋਏ ਨਾ, ਉਹ ਤਾਂ ਫਿਰ ਬਾਹਰ ਦੇ ਹੀ ਸਿਟੀਜ਼ਨ ਗਿਣੇ ਜਾਣਗੇ। ਹਾਂ, ਮੈਂ ਇਹਦਾ ਆਨਸਰ ਆਪਾਂ ਪਹਿਲੇ ਕੁਐਸਚਨ 'ਚ ਡਿਸਕਸ ਕੀਤਾ ਸੀ। ਆਪਾਂ ਐਗਜ਼ਾਮਪਲ ਲੈਂਦੇ ਹਾਂ ਜੀ, ਕਿਉਂਕਿ ਉਹ ਵੀ ਅਗਰ ਇਨਵੈਸਟਮੈਂਟ ਕਰਨਾ ਚਾਹਣ, ਉਹ ਵੀ ਅਗਰ ਲੋਨ ਲੈਣਾ ਚਾਹਣ ਆਪਣੇ ਪੇਰੈਂਟਸ ਦੇ ਬਿਹਾਫ ਦੇ ਉੱਤੇ, ਦੈਨ ਵਾਟ? ਹਾਂ, ਬਹੁਤ ਹੀ ਵੈਰੀ ਗੁੱਡ ਕੁਐਸਚਨ ਕਰਨਾ ਜੀ। ਹੁਣ ਇਹਦਾ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਆਪਾਂ ਲਾਈਵ ਐਗਜ਼ਾਮਪਲ ਲੈਂਦੇ ਹਾਂ। ਇੱਕ ਕਪਲ ਇੰਡੀਆ 'ਚ ਜੌਬ ਕਰ ਰਿਹਾ ਸੀਗਾ, ਠੀਕ ਹੈ ਜੀ। ਤੋ ਹਸਬੈਂਡ ਵਾਈਫ ਦੋਨੋਂ ਕੈਨੇਡਾ ਜਾ ਕੇ ਸੈਟਲ ਹੋ। ਉਹਨਾਂ ਨੇ ਕੀ ਕੀਤਾ, ਉਹਨਾਂ ਕੋਲ ਜਦੋਂ ਇੰਡੀਆ 'ਚੋਂ ਗਏ, ਇੰਡੀਅਨ ਸਿਟੀਜ਼ਨਸ਼ਿਪ ਸੀਗੀ। 4-5 ਸਾਲਾਂ ਤੋਂ ਬਾਅਦ ਉਹਨਾਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲਈ। ਠੀਕ ਹੋ ਗਿਆ, ਉਹਨਾਂ ਦੇ ਉੱਤੇ ਬੱਚੇ ਹੋ ਗਏ। ਹੁਣ ਜਦੋਂ ਬੱਚੇ ਹੋਣਗੇ ਤੁਹਾਡੇ ਕੈਨੇਡਾ ਦੇ ਵਿੱਚ, ਉਹਨਾਂ ਤੋਂ ਕੈਨੇਡੀਅਨ ਸਿਟੀਜ਼ਨਸ਼ਿਪ ਮਿਲੂਗੀ ਬਾਏ ਨੈਚੁਰਲਾਈਜੇਸ਼ਨ ਔਰ ਡਿਸੈਂਟ ਔਰ ਬਰਥ। ਠੀਕ ਹੈ, ਪਰ ਆਪਾਂ ਡਿਸਕਸ ਕਰ ਰਹੇ ਸੀ ਪਰਸਨ ਆਫ ਇੰਡੀਅਨ ਓਰੀਜਨ। ਪਰਸਨ ਆਫ ਇੰਡੀਅਨ ਇਹ ਕਹਿੰਦਾ ਹੈ ਕਿ ਜੇ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਦੇ ਸਿਟੀਜ਼ਨ ਰਹੇ ਹੋਣ ਇੰਡੀਆ ਦੇ ਵਿੱਚ, ਯੂ ਬਿਕਮ ਪਰਸਨ ਆਫ ਇੰਡੀਅਨ ਓਰੀਜਨ। ਬਟ ਸੈਕੰਡ ਕੰਡੀਸ਼ਨ ਇਜ਼ ਦਿਸ ਕਿ ਤੁਹਾਡੇ ਕੋਲ OCI ਕਾਰਡ ਹੋਣਾ ਚਾਹੀਦਾ। ਹੁਣ ਜਿੰਨੇ ਵੀ ਕੰਟਰੀਜ਼ ਨੇ, ਸਾਰੀ ਫੋਰਨ ਕੰਟਰੀ ਦੇ ਵਿੱਚ ਇੰਡੀਅਨ ਹਾਈ ਕਮਿਸ਼ਨਸ ਹੁੰਦੇ ਨੇ। ਉਹਦੇ 'ਚ
ਅਗਰ ਤੁਸੀਂ OCI ਕਾਰਡ ਅਪਲਾਈ ਕਰਦੇ ਹੋ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਵਿਚ ਇਜ਼ ਨੀਅਰ ਯੋਰ ਰੈਜ਼ੀਡੈਂਸ, ਇੰਡੀਅਨ ਹਾਈ ਕਮਿਸ਼ਨ ਸੀਇੰਗ ਆਲ ਯੋਰ ਡਾਕੂਮੈਂਟਸ, ਬਰਥ ਸਰਟੀਫਿਕੇਟਸ ਔਰ ਯੋਰ ਪੇਰੈਂਟਸ ਸਰਟੀਫਿਕੇਟਸ ਔਰ ਜੰਪਰਸ ਸਾਰਾ ਕੁਝ, ਉਹ ਤੁਹਾਨੂੰ OCI ਕਾਰਡ ਇਸ਼ੂ ਕਰ ਦਿੰਦਾ। ਜੇ ਤੁਹਾਨੂੰ OCI ਕਾਰਡ ਆ ਗਿਆ, ਯੂ ਬਿਕਮ ਅ ਪਰਸਨ ਆਫ ਇੰਡੀਅਨ origin। NRI ਦੀ ਡੈਫੀਨੇਸ਼ਨ 'ਚ ਪਰਸਨ ਆਫ ਇੰਡੀਅਨ origin ਸ਼ਾਮਿਲ ਨੇ ਜੀ। ਹੁਣ ਕਮਿੰਗ ਡਾਇਰੈਕਟਲੀ ਟੂ ਯੋਰ ਕੁਐਸਚਨ, ਕੋਈ ਕਪਲ ਇੰਡੀਆ 'ਚੋਂ ਕੈਨੇਡਾ ਜਾ ਕੇ ਸੈਟਲ ਹੋ ਗਿਆ, ਉਹਨਾਂ ਦੇ ਬੱਚੇ ਹੋ ਗਏ, ਉਹ ਬੱਚੇ ਇੰਡੀਆ 'ਚ ਪ੍ਰਾਪਰਟੀ ਲੈਣਾ ਚਾਹੁੰਦੇ ਨੇ, ਪਰਸਨ ਆਫ ਇੰਡੀਅਨ origin ਨੇ, NRI ਬਣ ਗਏ, ਉਹ ਪ੍ਰਾਪਰਟੀ ਲੈ ਸਕਦੇ ਨੇ ਇੰਡੀਆ ਦੇ ਵਿੱਚ। ਐਗਰੀਕਲਚਰ ਫਾਰਮਰਸ ਜਾਂ ਪਲਾਂਟੇਸ਼ਨ ਪ੍ਰਾਪਰਟੀ ਲੈਣੀ ਹੈ, ਉਹਨਾਂ ਨੂੰ RBI ਤੋਂ ਪਰਮਿਸ਼ਨ ਲੈਣੀ ਪੈਣੀ ਹੈ। ਐਸ ਸਿੰਪਲ ਐਸ ਦੈਟ। ਓਕੇ, ਹੁਣ ਇਹ ਤਾਂ ਹੈ ਕਿ ਉਹ ਡਾਇਰੈਕਟ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ, ਥਰੂ ਫਰੈਂਡਸ ਕਰਨਾ ਚਾਹੁੰਦਾ ਹੈ, ਥਰੂ ਰਿਲੇਟਿਵਸ ਕਰਨਾ ਚਾਹੁੰਦਾ ਹੈ। ਮੰਨ ਲਓ ਕੋਈ ਕੰਪਨੀ ਹੈ ਜੋ ਰੀਅਲ ਐਸਟੇਟ ਦੇ ਵਿੱਚ ਡੀਲ ਕਰਦੀ ਹੈ, ਜੋ ਫੋਰਨ ਲੈਂਡ ਤੇ ਰਹਿਣ ਵਾਲਾ ਕੋਈ ਭਾਰਤੀ ਹੈ, ਕੋਈ ਇੰਡੀਅਨ ਹੈ, ਉਸ ਕੰਪਨੀ ਦੇ ਥਰੂ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ, ਤਾਂ ਉਹ ਕੰਪਨੀ ਉਹ ਪੈਸਾ ਉਹਦੇ ਕੋਲੋਂ ਰਿਸੀਵ ਕਰ ਸਕਦੀ ਹੈ। ਉਹਦੇ ਕੀ ਫਾਰਮੈਲਿਟੀਜ਼ ਨੇ, ਕੀ ਉਹਦੇ ਫੀਚਰਸ ਨੇ, ਕੀ ਮੋਡ ਆਫ ਐਕਸ਼ਨ ਰਹੇਗਾ? ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। ਹੁਣ ਕੀ ਹੋ ਰਿਹਾ ਹੈਗਾ, ਜਿੰਨਾ ਅਸੀਂ ਦੇਖ ਰਹੇ ਹਾਂ particularly ਨਾਰਥ ਇੰਡੀਆ, ਸਾਡਾ ਚੰਡੀਗੜ੍ਹ, ਮੋਹਾਲੀ, ਦੇ ਆਰ ਕਮਿੰਗ ਅਪ ਮੈਸਿਵਲੀ ਇੰਟਰਨੈਸ਼ਨਲ ਰਿਪੋਰਟ। ਹੁਣ ਬਹੁਤ ਸਾਰੇ NRIs ਜਿਹੜੇ ਆਲਰੇਡੀ ਪ੍ਰਾਪਰਟੀ ਦਾ ਕੰਮ ਕਰਦੇ ਪਏ ਨੇ, ਰੀਅਲ ਐਸਟੇਟ 'ਚ ਕੰਮ ਬੜੇ ਚੰਗੇ ਪੈਸੇ ਬਣਾਏ ਨੇ, ਉਹ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਨੇ ਥਰੂ ਸਮ ਕੰਪਨੀ। ਆਪਾਂ ਇਹ ਵੀ ਡਿਸਕਸ ਕਰ ਚੁੱਕੇ ਹੈਗੇ, ਜੇ ਤੁਸੀਂ ਇੰਡੀਆ 'ਚ ਪ੍ਰਾਪਰਟੀ ਦੀ ਖਰੀਦ ਫਰੋਖਤ ਕਰਨੀ ਹੈਗੀ ਹੈ, ਟ੍ਰੇਡਿੰਗ ਕਰਨੀ ਹੈ ਜਾਂ ਬਿਲਡਅਪ ਕਰਨੀ ਹੈਗੀ ਹੈ, ਤੁਸੀਂ ਉਹ ਆਊਗੀ ਤੁਹਾਡੀ ਟ੍ਰੇਡਿੰਗ ਐਕਟਿਵਿਟੀ ਦੇ ਵਿੱਚ। ਜੇ ਤੁਸੀਂ ਉਹਦੀ ਕੰਪਨੀ ਬਣਾ ਕੇ ਕਰਨੀ ਹੈ, ਤੁਸੀਂ ਕਰ ਸਕਦੇ ਹੋ, ਤੁਹਾਨੂੰ RBI ਤੋਂ ਪਰਮਿਸ਼ਨ ਲੈਣੀ ਪੈਣੀ ਹੈ। ਨੰਬਰ 1, ਕੋਈ ਇਸ਼ੂਜ਼ ਨਹੀਂ ਹੈਗਾ, RBI ਪਰਮਿਸ਼ਨ ਦੇ ਵੀ ਦਊਗੀ। ਸੈਕੰਡਲੀ, ਵੈਰੀ ਵੈਰੀ ਇੰਪੋਰਟੈਂਟਲੀ, ਜੇ ਤੁਸੀਂ ਕੋਈ ਜਗ੍ਹਾ ਲੈ ਕੇ ਕਮਰਸ਼ੀਅਲ, ਇੰਡਸਟਰੀਅਲ, ਰੈਜ਼ੀਡੈਂਸ਼ੀਅਲ ਪ੍ਰਾਪਰਟੀ ਟਾਊਨਸ਼ਿਪ ਕੱਟਣਾ ਚਾਹੁੰਦੇ ਹੋ ਵੱਡੀ, ਉਹ ਰੀਅਲ ਐਸਟੇਟ ਐਕਟਿਵਿਟੀ 'ਚ ਨਹੀਂ ਆਊਗੀ। ਓਕੇ, ਉਹਦੇ 'ਚ ਤੁਹਾਨੂੰ ਪਰਮਿਸ਼ਨ ਦੀ RBI ਦੀ ਲੋੜ ਨਹੀਂ ਹੈਗੀ ਜੀ। ਮੈਂ ਕਲੀਅਰ ਕਰ ਦਿੰਦਾ। ਜੇ ਤੁਸੀਂ ਟਾਊਨਸ਼ਿਪ ਨਹੀਂ ਕੱਟ ਰਹੇ, ਪਲਾਟ ਲੈ ਕੇ ਵੇਚਣਾ ਚਾਹੁੰਦੇ ਹੋ ਨਾਲ ਦੀ ਨਾਲ, ਵਾਟ ਐਵਰ ਟ੍ਰੇਡਿੰਗ ਐਕਟੀਵਿਟੀ, ਉਹ ਤਾਂ ਆਉਗੀ ਰੀਅਲ ਐਸਟੇਟ ਐਕਟੀਵਿਟੀ ਦੇ ਵਿੱਚ, ਉਹਦੇ ਵਿੱਚ ਤੁਹਾਨੂੰ RBI ਦੀ ਪਰਮਿਸ਼ਨ ਚਾਹੀਦੀ ਹੈ। ਜੀ। ਬਟ ਜੇ ਕੋਈ ਇੰਟੀਗ੍ਰੇਟਡ ਟਾਊਨਸ਼ਿਪ ਦਾ ਪ੍ਰੋਜੈਕਟ ਡਿਵੈਲਪ ਕਰ ਰਹੇ ਹੋ ਵੱਡੇ ਏਰੀਆ ਦੇ ਵਿੱਚ, ਅਪਰੂਵਲਸ ਲੈ ਕੇ ਸਭ ਕੁਝ ਕਰਕੇ, ਤੁਹਾਨੂੰ ਫਿਰ RBI ਦੀ ਅਪਰੂਵਲ ਲੋੜ ਨਹੀਂ ਹੈਗੀ, ਕਿਉਂਕਿ ਰੀਅਲ ਐਸਟੇਟ ਦੀ ਐਕਟੀਵਿਟੀ 'ਚ ਨਹੀਂ ਆਉਂਦਾ। ਹਾਂ, ਓਕੇ। ਅੱਛਾ ਬਾਂਸਲ ਸਾਹਿਬ, ਇੱਕ ਪ੍ਰੈਕਟੀਕਲ ਲਾਈਫ ਦਾ ਕੁਐਸਚਨ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜੋ NRIs ਨੇ, ਉਹਨਾਂ ਨੂੰ ਇੱਕ ਕੰਪਲੇਂਟ ਰਹਿੰਦੀ ਹੈ ਕਿ ਉਹਨਾਂ ਨਾਲ ਬਲਫ ਹੋ ਗਿਆ, ਚੀਟਿੰਗ ਹੋ ਗਈ, ਕੋਈ ਕਿਸੇ ਕਿਸਮ ਦੀ ਠੱਗੀ ਹੋ ਗਈ ਪ੍ਰਾਪਰਟੀ ਦੇ ਕੇਸ ਦੇ ਵਿੱਚ, ਕਿਉਂਕਿ ਉਹ ਬਾਹਰ ਨੇ ਤੇ ਇੱਥੇ ਰਹਿਣ ਵਾਲਾ ਜੋ ਚੀਟਿੰਗ ਕਰਨ ਵਾਲਾ ਹੈ, ਉਹਦੇ ਦਿਮਾਗ 'ਚ ਇਹ ਗੱਲ ਹੈ ਕਿ ਉਹਨਾਂ ਨੇ ਕਿਹੜਾ ਇਨਵੈਸਟੀਗੇਟ ਕਰਨਾ ਹੈ ਕੋਈ ਪ੍ਰਾਪਰਟੀ ਦੀ ਕੋਈ ਡਿਟੇਲਸ, ਉਹਨਾਂ ਨੇ ਕੋਈ ਇਨਵੈਸਟੀਗੇਟ ਕਰਨੀ ਨਹੀਂ, ਕਿਉਂਕਿ ਉਹ ਬਾਹਰ ਨੇ ਤੇ ਉਹਨਾਂ ਦੇ ਫਰੈਂਡਸ ਨੇ ਜਾਂ ਉਹਨਾਂ ਦੇ ਰਿਲੇਟਿਵਸ ਨੇ, ਉਹ ਇੰਨਾ ਕੁਝ ਜਾਣਦੇ ਨਹੀਂ। ਤਾਂ ਕਈ ਵਾਰ ਕੋਈ ਕੰਪਨੀ ਵੀ ਹੋ ਸਕਦੀ ਹੈ ਜੋ ਰੀਅਲ ਐਸਟੇਟ ਦੇ ਵਿੱਚ ਡੀਲ ਕਰਦੀ ਹੈ, ਹੋ ਸਕਦਾ ਹੈ ਕੋਈ ਬਲਫ ਹੋ ਜਾਏ। ਸੋ ਇਹ ਸਾਰਾ ਕੁਝ, ਕਿਉਂਕਿ ਯੂ ਆਰ ਅ ਲੀਗਲ ਮਾਈਂਡ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਸੁਜੈਸਟ ਕਰੋਗੇ ਕਿ ਉਹ ਚੀਟਿੰਗ ਤੋਂ, ਬਲਫ ਤੋਂ, ਠੱਗੀ ਤੋਂ ਬਚ ਸਕਣ, ਕਿਉਂਕਿ ਬਹੁਤ ਮਿਹਨਤ ਨਾਲ ਪੈਸਾ ਕਮਾਇਆ ਹੈ ਔਰ ਆਪਣੀ ਮਾਤਰ ਭੂਮੀ ਨੂੰ ਛੱਡ ਕੇ, ਮਾਤ ਭੂਮੀ ਨੂੰ ਛੱਡ ਕੇ ਬਾਹਰ ਗਏ ਨੇ, ਵਿਦੇਸ਼ ਵਿੱਚ ਨੇ। ਕਹਿੰਦਾ ਜੀ ਸਾਰੀ ਚੀਜ਼ਾਂ ਨੇ ਜੀ ਕਾਮਨ ਸੈਂਸ ਤੋਂ ਸ਼ੁਰੂ ਹੁੰਦੀਆਂ। ਆਲਰਾਈਟ। ਜੇ ਪ੍ਰਾਪਰਟੀ 'ਚ ਇਨਵੈਸਟਮੈਂਟ ਕਰਨਾ ਚਾਹ ਰਿਹਾ ਹੈ, ਪਹਿਲਾਂ ਤਾਂ ਉਹਨੂੰ ਪ੍ਰੋਜੈਕਟ ਦੀ ਡਿਊ ਡਿਲੀਜੈਂਸ ਕਰਨੀ ਚਾਹੀਦੀ ਹੈ। ਹੁਣ ਆਪਣੇ ਇੰਡੀਆ 'ਚ ਕੀ ਹੋਇਆ, ਵਿਦਿਨ ਲਾਸਟ ਕਪਲ ਆਫ ਈਅਰਸ ਰੇਰਾ ਐਕਟ ਆ ਗਿਆ, ਰੀਅਲ ਐਸਟੇਟ ਰੈਗੂਲੇਸ਼ਨ ਐਕਟ। ਉਹ ਇਹ ਕਹਿੰਦਾ ਹੈ ਕਿਸੇ ਨੇ ਵੀ ਜੇ ਕੋਈ ਰੀਅਲ ਐਸਟੇਟ ਦਾ ਪ੍ਰੋਜੈਕਟ ਕਰਨਾ ਹੈ, ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਇੰਸਟੀਟਿਊਸ਼ਨ, ਇੰਡਸਟਰੀਅਲ, ਉਹਨੂੰ ਰੇਰਾ ਦੀ ਅਪਰੂਵਲ ਚਾਹੀਦੀ ਹੈ ਗਵਰਨਮੈਂਟ ਵੱਲੋਂ, ਰਾਈਟ। ਜੇ ਤੁਸੀਂ ਉਹ ਨਾਨ ਅਪਰੂਵਡ ਰੇਰਾ ਪ੍ਰੋਜੈਕਟ 'ਚ ਕਰੀ ਜਾ ਰਹੇ ਹੋ ਇਨਵੈਸਟਮੈਂਟ, ਤੇ ਤੁਹਾਨੂੰ ਬਚਾ ਤਾਂ ਕੋਈ ਨਹੀਂ ਸਕਦਾ ਨਾ ਜੀ। ਜੇ ਤੁਸੀਂ ਕਿਸੇ ਇਨਵੈਸਟਮੈਂਟ ਕਰਨਾ, ਤੁਸੀਂ ਦੇਖਣਾ ਪੈਣਾ ਹੈ ਆਨਲਾਈਨ ਜਾ ਕੇ ਕਿ ਉਹ ਰੇਰਾ ਅਪਰੂਵਡ ਹੈਗਾ। ਜੇ ਤੁਸੀਂ ਡਿਵੈਲਪਰ ਨਾਲ ਗੱਲ ਕਰੋ, ਪੁੱਛੋ ਜੀ ਮੈਨੂੰ ਰੇਰਾ ਦੀ ਅਪਰੂਵਲ ਦਿਓ, ਨੰਬਰ 1। ਤੁਸੀਂ ਗੂਗਲ ਤੇ ਜਾਓ, ਡਿਊ ਡਿਲੀਜੈਂਸ ਕਰ ਲਓ। ਤੀਜੀ ਗੱਲ, ਤੁਹਾਨੂੰ ਕੋਈ ਦਿੱਕਤ ਆ ਗਈ, ਇਸ਼ੂ ਆ ਗਿਆ, ਤੁਸੀਂ ਕਿਸੇ ਲਾਇਰ, ਵਕੀਲ, CA ਕਿਸੇ ਨੂੰ ਵੀ ਇੰਗੇਜ ਕਰਨਾ ਹੈ, ਤੁਸੀਂ ਉਹਦੀ ਵੀ ਆਨਲਾਈਨ ਡਿਊ ਡਿਲੀਜੈਂਸ ਕਰ ਸਕਦੇ ਹੋ। ਤੁਸੀਂ ਨਾਮ ਟਾਈਪ ਕਰਨਾ ਗੂਗਲ ਤੇ ਕਿ ਰੈਪੂਟੇਸ਼ਨ ਕੀ ਹੈ, ਇੰਟੀਗ੍ਰਿਟੀ, ਤੁਸੀਂ ਬੇਸਿਕ ਕੰਮ ਕਰ ਲੈਣਾ ਜੀ, ਠੀਕ ਹੈ। ਡਿਊ ਦੇ ਕੰਮ ਕਰ ਲੈ, ਤੁਹਾਨੂੰ ਕਨਵਿੰਸ ਹੋ ਗਿਆ ਸੀ, ਤੁਸੀਂ ਗੱਲ ਕਰ ਸਕਦੇ ਹੋ ਕਿ ਕਿਸੇ ਨਾਲ ਵੀ ਕਿ ਜੀ ਮੇਰਾ ਇਹ ਮੈਟਰ ਹੈਗਾ, ਤੁਸੀਂ ਮੈਨੂੰ ਲੀਗਲੀ ਐਕਸਪਲੇਨ ਕਰੋ ਕਿ ਤੁਸੀਂ ਮੈਟਰ ਟੈਕਲ ਕਰ ਸਕਦੇ ਹੋ। ਜੇ ਤੁਸੀਂ ਇੰਨਾ ਕਰ ਲਿਆ, ਫਿਰ ਚੀਟਿੰਗ ਦਾ ਕੋਈ ਮੈਕੈਨਿਜ਼ਮ ਨਹੀਂ ਰਿਹਾ। NRIs ਕੀ ਕਰਦੇ ਨੇ, ਦਰਅਸਲ ਆਪਣੀ ਡਿਊ ਡਿਲੀਜੈਂਸ ਨਹੀਂ ਕਰਦੇ, ਅੱਛਾ ਅਲਟੀਮੇਟਲੀ ਪੈਸੇ ਫਸਾ ਲੈਂਦੇ ਨੇ, ਫਿਰ ਉਹ ਕੰਪਲੇਂਟਸ ਹੁੰਦੀਆਂ ਉਹਦੇ ਬਾਰੇ। ਜੇ ਇੱਕ ਨਾਰਮਲ ਡਿਊ ਡਿਲੀਜੈਂਸ ਕਰਾਂਗੇ, ਲੋਕ ਆਪਣੇ ਸਰਕਲ 'ਚੋਂ ਪੁੱਛ ਲਵਾਂਗੇ, ਤੇ ਮੇਰੇ ਖਿਆਲ ਇਟਸ ਨਾਟ ਅ ਬਿਗ ਜੌਬ। ਤੇ ਇੰਡੀਆ 'ਚ ਅਸੀਂ ਸਾਰੇ ਇੰਡੀਆ 'ਚ ਹੀ ਹਾਂ ਜੀ, ਆਪਣਾ ਕੰਮ ਵੀ ਕਰ ਰਹੇ ਹਾਂ। ਲੋਕੀ ਨੇ ਆਪਣੀ ਫੀਸ ਲੈ ਕੇ ਕੰਮ ਕਰਦੇ ਨੇ, ਇੱਦਾਂ ਦੀ ਕੋਈ ਗੱਲ ਨਹੀਂ ਕਿ ਹਰ ਦੁਨੀਆ 'ਚ ਹਰ ਤਰੀਕੇ ਦੇ ਲੋਕ ਨੇ ਜੀ, ਇੰਡੀਆ 'ਚ ਵੀ ਹੋਣਗੇ, ਰਾਈਟ। ਤੁਸੀਂ ਆਪਣੀ ਕਾਮਨ ਸੈਂਸ ਅਪਲਾਈ ਕਰੋਗੇ, ਤੁਸੀਂ ਉਹ ਠੱਗੀਆਂ ਠੋਰਾਂ 'ਚ ਬਚ ਜਾਓਗੇ, ਬਸ ਸਿੰਪਲ ਜੀ ਗੱਲ।
ਸੋ ਬਾਂਸਲ ਸਰ, ਵੈਰੀ ਐਨਲਾਈਟਨਿੰਗ, ਬਹੁਤ ਪ੍ਰੈਸ਼ੀਅਸ ਤੁਹਾਡੀ ਗਾਈਡੈਂਸ ਰਹੀ ਹੈ ਐਂਡ ਥੈਂਕ ਯੂ ਸੋ ਮਚ। ਪੰਜਾਬ ਮੇਲ USA TV ਵੱਲੋਂ ਤੁਹਾਨੂੰ ਆਲ ਦਾ ਬੈਸਟ, ਔਰ ਇਸੇ ਤਰ੍ਹਾਂ ਹੀ ਅਲੱਗ-ਅਲੱਗ ਮੈਟਰਸ ਦੇ ਉੱਤੇ ਅਸੀਂ ਆਪਣੇ NRIs ਨੂੰ ਗਾਈਡ ਕਰਦੇ ਰਵਾਂਗੇ। ਇਸੇ ਤਰ੍ਹਾਂ ਹੀ ਐਕਸਪਰਟਸ ਸਾਡੇ ਨਾਲ ਬਣੇ ਰਹਿਣਗੇ ਔਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।